श्री वाहिगुरु साहिब जीओ। मैं नाही कछ हाओ नहीं, किछ आहे ना मोरा। अवसर लज्जा रख लेह, सधना जन तोरा। धर्मां दे ठांडे दरबार, जिबिन सुरत करै को मेरी। दर्शन दीजै खोल किवार, होवै सिफत खसम दी। नूर अरशहों कुरशहों झट्टियै, तुद डिठै सच्चे पातशाह। मल जन्म जन्म दी कट्टियै, तुद डिठै सच्चे पातशाह। मल जन्म जन्म दी कट्टियै, वाहिगुरु साहिब जीओ। वड हंस महला चौथा, हर किरपा कर। सतगुर मेल सुख दाता राम। हम पूछें सतगुर पास, हर बाता राम। हर किरपा कर। सतगुर मेल सुख दाता राम। हम पूछें सतगुर पास, हर बाता राम। सतगुर पास हर बात पूछें, जिन नाम पदार्थ पाया। पाए लगहें नित करहें बिनती। गुर सतगुर पंथ बताया। सोई भगत दुख सुख समत कर जाणै। हर हर नाम हर राता। हर किरपा कर। गुर सतगुर मेल सुख दाता। सोई भगत दुख सुख समत कर जाणै। हर हर नाम हर राता। हर किरपा कर। गुर सतगुर मेल सुख दाता। वाहिगुरु जी का खालसा, वाहिगुरु जी की फतेह। सतगुरु पातशाह साहिब जी दे पावन दरबार दीयां हाज़रियां भरदे आ। पातशाह साहिब जी दे अपने ही निज पावन स्वरूप शब्द नाल चित ला के, जद आप सावधान ते इकाग्र चीत होए जुड़ मिल बैठे हो, पातशाह गुरुदेव जी दियां बेअंत महरहमतां ते वडियाइयां जो सत संगत विच सदा वरतदियां ने, आप उन्हां दे सांझी ते धारणी होए हो।
ਕਿਰਪਾਲਤਾ ਕਰਨਾ, ਆਪਣੇ ਨਿਰਮਲ ਹਿਰਦੇ 'ਚੋਂ ਅਰਦਾਸ ਕਰਨਾ। ਜੋ ਸਾਹਿਬ ਕਿਰਪਾ ਕਰਨ, ਆਪਣੇ ਪਾਵਨ ਸ਼ਬਦ ਦੀ ਵਿਚਾਰ, ਬੋਲਣ ਦਾ ਤਾਣ ਅਤੇ ਵਿਚਾਰ ਦਾ ਪ੍ਰਵਾਹ ਬਖਸ਼ਣ। ਇੱਕ ਵਾਰ ਆਸੀਸ ਦਿੰਦਿਆਂ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿ। ਗਰੀਬ ਨਿਵਾਸ ਘਟ ਘਟ ਕੇ ਵਾਸੀ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ, ਜੋ ਸੱਚੇ ਪਾਤਸ਼ਾਹ ਸਾਹਿਬ ਜੀ ਨੇ ਕਿਰਪਾ ਕੀਤੀ। ਸੰਪੂਰਨ ਰਹਿਣ ਆਪਣੇ ਪਿਆਰ ਅਤੇ ਭਾਣੇ ਵਿੱਚ ਬਤੀਤ ਕਰਾਈਏ। ਅੰਮ੍ਰਿਤ ਵੇਲੇ ਦੀ ਜਾਗ ਬਖਸ਼ਿਸ਼ ਕੀਤੀ ਤੇ ਆਪਣੇ ਹੀ ਪਾਵਨ ਦਰਬਾਰ ਦੀ ਹਾਜ਼ਰੀ ਭਰਨ ਦਾ ਸੁਭਾਗਾ ਸਮਾਂ ਬਖਸ਼ਿਸ਼ ਕੀਤੇ। ਮਹਾਰਾਜ ਦੀ ਰਹਿਮਤ ਦੇ ਸਦਕੇ ਅੱਜ ਵੀ ਜੋ ਉਪਦੇਸ਼ ਪ੍ਰਾਪਤ ਹੋਏ ਨੇ, ਤੇ ਉਹਦੇ ਵਿੱਚ ਮਹਾਰਾਜ ਨੇ ਸਾਨੂੰ ਇਹੀ ਜੁਗਤ ਦਿੱਤੀ ਹੈ ਨਾ ਕਿ ਭਾਈ ਵਿਵੇਕ ਬੁੱਧੀ ਦੀ ਪ੍ਰਾਪਤੀ ਕਰੀਏ। ਇਸ ਤੋਂ ਬਿਨਾਂ ਅਸੀਂ ਬਹੁਤ ਕੁਝ ਹੋਰ ਕਰ ਰਹੇ ਹਾਂ। ਇਹ ਨਹੀਂ ਕਿ ਅਸੀਂ ਨਹੀਂ ਕਰ ਰਹੇ, ਪਾਠ ਕਰ ਰਹੇ ਹਾਂ, ਤੀਰਥਾਂ ਦੀ ਯਾਤਰਾ ਕਰ ਰਹੇ ਹਾਂ, ਜਾਪ ਤਾਪ ਬਹੁਤ ਕੁਝ ਕਰ ਰਹੇ ਹਾਂ, ਪਰ ਬਹੁਤ ਕੁਝ ਕਰਕੇ ਵੀ ਕਈ ਵਾਰ ਲੱਗਦਾ ਕਿ ਖਾਲੀ ਜਿਹੇ ਹਾਂ। ਔਰ ਇਹ ਅਕਸਰ ਬਹੁਤੇ ਵਿਚਾਰਕਾਂ ਦੇ, ਬਹੁਤੇ ਪਿਆਰਿਆਂ ਦੀ ਸਮੱਸਿਆ ਹੈ ਕਿ ਬਹੁਤ ਕੁਝ ਕਰਕੇ ਵੀ ਲੱਗਦਾ ਖਾਲੀ ਖਾਲੀ ਆ। ਸ਼ਾਇਦ ਕਿਤੇ ਕੋਈ ਕਮੀ ਰਹਿ ਗਈ ਹੋਵੇ। ਕਈ ਵਾਰ ਐਸਾ ਲੱਗਦਾ ਹੈ ਕਿ ਮੇਰੇ ਕਾਰ ਵਿਹਾਰ 'ਚ ਜੋ ਮੈਂ ਧਾਰਮਿਕ ਮੰਡਲਾਂ 'ਚ ਕਰ ਰਿਹਾ, ਸ਼ਾਇਦ ਇਹਦੇ ਵਿੱਚ ਕਿਤੇ ਕਮੀ ਹੈ। ਕਿਤੇ ਕਿਤੇ ਫਿਰ ਅਸੀਂ ਆਪਣੇ ਕਰਮਾਂ ਨੂੰ ਕੋਸਣ ਲੱਗ ਪੈਂਦੇ ਹਾਂ ਕਿ ਸ਼ਾਇਦ ਭਾਈ ਸਾਡੇ ਕਰਮ ਹੀ ਅਜੇ ਮੰਦੇ ਨੇ। ਅਤੇ ਕਦੇ ਕਦੇ ਫਿਰ ਐਸਾ ਵੀ ਦੇਖਣ 'ਚ ਆਇਆ ਕਿ ਵਿਅਕਤੀ ਗੁਰੂ 'ਤੇ ਵੀ ਸ਼ੱਕ ਕਰਨ ਲੱਗ ਪੈਂਦਾ, ਪਤਾ ਨਹੀਂ ਕਿਉਂ ਮਹਾਰਾਜ ਸੁਣਦੇ ਨਹੀਂ, ਮੇਰੀ ਨਹੀਂ ਸੁਣਦੇ। ਅਤੇ ਜੇ ਕਿਤੇ ਇਹ ਗੱਲਾਂ ਵੱਧ ਜਾਣ ਅਤੇ ਫਿਰ ਨਾਸਤਿਕਤਾ ਦੇ ਇੱਥੋਂ ਧਾਗਾ ਆਰੰਭ ਹੁੰਦਾ ਹੈ, ਪਤਾ ਨਹੀਂ ਹੈ ਵੀ ਕਿ ਨਹੀਂ। ਔਰ ਇਸੇ ਧਾਰਾ 'ਚ ਤੁਰਦੇ ਤੁਰਦੇ ਲੋਕ ਫਿਰ ਇਨਕਾਰੀ ਵੀ ਹੋ ਜਾਂਦੇ ਨੇ। ਬਹੁਤ ਸਾਰੇ ਐਸੇ ਵਿਚਾਰਕ ਨੇ ਜਿਨ੍ਹਾਂ ਦੀ ਸ਼ੁਰੂਆਤ ਬੜੀ ਨਿਰਮਲ ਅਤੇ ਪਵਿੱਤਰ ਸੀ ਅਤੇ ਜਿਨ੍ਹਾਂ ਦਾ ਅੰਤ ਨਾਸਤਿਕਤਾ 'ਚ ਜਾ ਕੇ ਹੋਇਆ। ਔਰ ਬਹੁਤ ਥੋੜ੍ਹੇ ਨਹੀਂ, ਬਹੁਤ ਜ਼ਿਆਦਾ ਲੋਕ ਨੇ ਜਿਹੜੇ ਸ਼ੁਰੂਆਤ ਕਿਤਿਓਂ ਕਰਦੇ ਨੇ, ਅੰਤ ਜਾ ਕੇ ਕਿਤੇ ਹੋਰ ਹੋ ਜਾਂਦਾ ਹੈ। ਔਰ ਬਹੁਤ ਐਸੇ ਲੋਕ ਜੋ ਨਾਸਤਿਕਤਾ ਤੋਂ ਆਰੰਭ ਹੁੰਦੇ ਨੇ, ਹੌਲੀ ਹੌਲੀ ਇਸ ਪਾਸੇ ਟਰਨ ਹੋ ਜਾਂਦੇ ਨੇ ਅਤੇ ਉਹਨਾਂ ਦੇ ਜੀਵਨ ਦਾ ਅੰਤ ਇੱਧਰ ਪਾਸੇ ਆ ਕੇ ਹੋ ਜਾਂਦਾ। ਇਹਦੇ ਵਿੱਚ ਇੱਕ ਬਹੁਤ ਬਾਰੀਕ ਜੀ ਵਿਚਾਰ ਹੈ ਵਿਵੇਕ ਬੁੱਧੀ ਦੀ। ਅਤੇ ਵਿਵੇਕ ਬੁੱਧੀ ਜੋ ਪ੍ਰਾਪਤ ਹੋਣੀ ਹੈ, ਉਹ ਪ੍ਰਾਪਤੀ ਸਤਿਗੁਰੂ ਤੋਂ ਹੋਣੀ ਹੈ। ਕਿਉਂਕਿ ਵਿਵੇਕ ਬੁੱਧੀ ਆਪਣੇ ਆਪ ਕੋਈ ਕਹੇ ਕਿ ਮੈਂ ਚੁੱਕ ਲਵਾਂ ਇੱਥੋਂ ਕੋਈ ਪਦਾਰਥ ਥੋੜ੍ਹਾ ਹੈ। ਔਰ ਇਹ ਨਾ ਹੀ ਕੋਈ ਐਸਾ ਸਕਿੱਲ ਹੈ, ਯੰਤਰ ਹੈ ਜਿਹੜਾ ਕਿ ਮੈਂ ਕਿਸੇ ਕੋ ਜਾ ਕੇ ਸਿੱਖ ਲਵਾਂ। ਵਿਵੇਕ ਬੁੱਧੀ ਬੜੀ ਸਲੋਅ ਹੈ ਅਤੇ ਬੜੀ ਤੇਜ਼ ਹੈ। ਇਸ ਦਾ ਪਤਾ ਨਹੀਂ ਲੱਗਦਾ। ਔਰ ਇੱਕ ਐਸੀ ਬਾਰੀਕ ਜੀ ਧਾਰ ਹੈ ਦੀ ਕਿ ਕਦੋਂ ਵਿਅਕਤੀ 'ਤੇ ਚੱਲਦਾ ਚੱਲਦਾ ਸਲਿੱਪ ਹੋ ਜਾਂਦਾ ਹੈ। ਸ਼ਾਇਦ ਅੱਜ ਦੇ ਬਚਨ 'ਚ ਇਹਦੇ 'ਚ ਸੰਕੇਤਕ ਜੀ ਜ਼ਿਕਰ ਹੈ। ਅੱਜ ਇੱਕ ਬਚਨ ਅਸੀਂ ਪਾਠ ਸਰਵਣ ਕਰਦੇ ਹਾਂ, ਕੀਤ ਪੜ੍ਹਿਆ ਨਾ, ਹਮ ਪੁੱਛ ਹੈ ਹਮ ਪੁੱਛ ਹੈ, ਮੈਂ ਪੁੱਛਾਂ ਕੀ ਪੁੱਛੇਂਗਾ? ਸਤਿਗੁਰ ਪਾਸ ਸਾਰੇ ਬਾਤਾਂ। ਮੈਂ ਆਪਣੇ ਸਤਿਗੁਰ ਤੋਂ ਹਰੀ ਦੀਆਂ ਬਾਤਾਂ ਪੁੱਛਾਂਗਾ। ਹਰੀ ਦੀਆਂ ਬਾਤਾਂ ਕਿੱਦਾਂ ਦੀਆਂ? ਕਿਹੜੇ ਸਤਿਗੁਰ ਤੋਂ, ਕਿੱਦਾਂ ਤੋਂ ਪੁੱਛਾਂਗਾ? ਕਿਹਨਾਂ ਦੀਆਂ ਬਾਤਾਂ ਪੁੱਛੇਂਗਾ? ਕਿ ਲੱਗੇ ਜਿਸ ਨੇ ਉਸ ਪ੍ਰਭੂ ਦੇ ਰਸ ਨੂੰ ਮਾਣਿਆ, ਜਿਸ ਨੇ ਪ੍ਰਭੂ ਦੇ ਬਖਸ਼ਿਸ਼ਾਂ ਨੂੰ ਮਾਣਿਆ। ਮੈਂ ਉਹ ਤੋਂ ਪੁੱਛਾਂ ਜਿਨ ਨਾਮ ਪਦਾਰਥ ਪਾਇਆ, ਜਿਹਨੇ ਨਾਮ ਦੇ ਪਦਾਰਥ ਦੀ ਪ੍ਰਾਪਤ ਕੀਤੀ ਹੈ। ਮੈਂ ਉਹ ਤੋਂ ਪੁੱਛਾਂਗਾ, ਉਹਦੇ ਬਾਬਤ ਪੁੱਛਾਂਗਾ।
ਦਰਅਸਲ ਸਤਸੰਗਤ ਵਿੱਚ ਆ ਕੇ ਇਹੀ ਕੁਝ ਮਸਲੇ ਨੇ ਜੋ ਅਸਾਂ ਹੱਲ ਕਰਾਉਣੇ ਨੇ, ਔਰ ਇਹਨਾਂ ਨੂੰ ਹੱਲ ਕਰਨ ਦੇ ਸਾਡੇ ਕੋਲ ਦੋ ਧਾਰਾਵਾਂ ਨੇ ਜੋ ਸਮਾਨਾਂਤਰ ਚੱਲਣੀਆਂ ਨੇ, ਸਦੀਆਂ ਤੋਂ ਸਮਾਨਾਂਤਰ ਹੀ ਚੱਲਦੀਆਂ ਨੇ। ਉਹਨਾਂ 'ਚ ਇੱਕ ਹੁੰਦੀ ਹੈ ਸਾਡੀ ਵਡੇਰਿਆਂ ਬਜ਼ੁਰਗਾਂ ਦੀਆਂ ਗਾਥਾਵਾਂ, ਵਡੇਰੇ ਮਹਾਂਪੁਰਖਾਂ ਦੀਆਂ ਸਾਖੀਆਂ, ਅਤੇ ਦੂਸਰੇ ਹੁੰਦੇ ਉਹਨਾਂ ਦੇ ਉਪਦੇਸ਼ ਜੋ ਉਹਨਾਂ ਨੇ ਸਾਡੇ ਵਾਸਤੇ ਕੀਤਾ ਅਤੇ ਜੋ ਉਹਨਾਂ ਸਾਨੂੰ ਆਖਿਆ। ਇਹ ਦੋਨੋਂ ਗੱਲਾਂ ਸਾਡੇ ਵਾਸਤੇ ਬੜੀਆਂ ਕੀਮਤੀ, ਇਸੇ ਕਰਕੇ ਸਾਖੀਆਂ ਵੀ ਕੀਮਤੀ ਨੇ। ਗੁਰੂ ਸ਼ਬਦ ਤੇ ਬਹੁਤ ਹੀ ਕੀਮਤੀ ਦੀ ਗੱਲ ਕਰਨੀ ਸਾਡੇ ਲਈ ਸਿਰੋਂ ਵੱਡੀ ਗੱਲ ਹੈ, ਪਰ ਸਾਖੀਆਂ ਬੜੀ ਕੀਮਤੀ ਨੇ। ਪਰ ਸਮਝਣ ਦੀ ਗੱਲ ਕਿ ਸਾਖੀਆਂ ਦੇ ਵਿੱਚ ਹੀ ਹਰ ਹੈ ਖਾਂਡ ਰੇਤ ਮੈਂ ਬਿਕਰੀ। ਇੱਥੇ ਤੇ ਗੁਰਬਾਣੀ ਤੇ ਮਿਸ਼ਰੀ ਦਾ ਪਹਾੜ ਹੈ। ਦਾਰਸ਼ਨਿਕ ਭਾਸ਼ਾ 'ਚ ਕਹਿ ਸਕੀਏ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸੰਪੂਰਨ ਬਾਣੀ ਜੋ ਸ਼ਬਦ ਕਲਾ ਨਾਲ ਭਰੀ ਹੈ, ਇਹ ਤੇ ਇੱਕ ਮਿਸ਼ਰੀ ਦਾ ਪਹਾੜ ਹੈ, ਜਿੱਥੋਂ ਜਿਹੜੀ ਤੁਕ ਪੜਾਂਗੇ ਉਹਦੇ 'ਚੋਂ ਉਹੀ ਚੀਜ਼ ਮਿਲੇਗੀ, ਮਿਠਾਸ ਹੀ ਮਿਠਾਸ ਹੈ। ਪਰ ਜੋ ਸਾਡੀਆਂ ਸਾਖੀਆਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਬਹੁਤ ਕੁਝ ਐਸਾ ਹੁੰਦਾ ਜੋ ਲੌਜਿਕ ਨਾਲ ਜੁੜਿਆ ਹੁੰਦਾ ਹੈ, ਜੋ ਅਨਲੌਜੀਕਲ ਹੁੰਦਾ ਹੈ, ਕੁਝ ਇਤਿਹਾਸਿਕ ਹੁੰਦਾ ਹੈ, ਕੋਈ ਇਤਿਹਾਸਿਕ ਨਹੀਂ ਹੁੰਦਾ, ਕੁਝ ਗੁਰਮਤ ਵਿੱਚ ਹੁੰਦਾ ਹੈ, ਕੁਝ ਅਨਮਤ ਵਿੱਚ ਹੁੰਦਾ ਹੈ, ਬਹੁਤ ਕੁਝ ਐਸਾ ਹੁੰਦਾ ਹੈ। ਉੱਥੇ ਸਾਨੂੰ ਇੱਕ ਲਾਈਨ ਛੂਟ ਹੈ ਜੋ ਅਸੀਂ ਕਦੇ ਕਦੇ ਸਮਝ ਸਕਦੇ ਹਾਂ, ਮਨ ਸਮਝਾਵਣ ਕਾਰਣੇ ਕਛੁਕ ਪੜ੍ਹੀਐ ਗਿਆਨ। ਇਸੇ ਕਰਕੇ ਸਾਰਾ ਕੁਝ ਹੀ ਪੜ੍ਹਨਾ, ਸਾਰਾ ਕੁਝ ਹੀ ਸਮਝਣਾ, ਪਰ ਸਾਰੇ ਕੁਝੋਂ ਪੜ੍ਹ ਕੇ ਜੋ ਪ੍ਰਾਪਤ ਕਰਨਾ, ਸਖ ਕਰਨਾ, ਉਹ ਵਿਵੇਕ ਬੁੱਧੀ ਦਾ ਕੰਮ ਹੈ। ਨਾਦਾਨ ਵਿਅਕਤੀ ਅਗਰ ਸਭ ਕੁਝ ਪੜ੍ਹਨ ਲੱਗ ਪੈਂਦਾ ਤਾਂ ਉਹ ਭਟਕ ਜਾਂਦਾ, ਉਹ ਦੂਜੇ ਰਾਹਾਂ 'ਤੇ ਜਿੱਧਰੋਂ ਤੁਰਨਾ ਸੀ, ਜਾਣਾ ਕਿਤੇ ਸੀ, ਪਹੁੰਚਦਾ ਕਿਤੇ। ਯਤਨ ਕਰ ਸਕੀਏ ਅਸੀਂ ਸਾਰਾ ਕੁਝ ਪੜ੍ਹੀਏ, ਗੁਰੂ ਸਾਹਿਬ ਦਾ ਇੱਕ ਬਚਨ ਚੇਤੇ ਰੱਖੀਏ, ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇ। ਗੁਰਬਾਣੀ ਪੜ੍ਹਦੇ ਹਾਂ ਜਦੋਂ ਕਿਤੇ ਗੱਲ ਸਮਝ ਆਏ ਅਤੇ ਸਾਖੀ ਵਿਚਾਰ, ਅਤੇ ਜਦੋਂ ਜ਼ਿੰਦਗੀ 'ਚ ਕੋਈ ਮਸਲਾ ਆ ਜਾਏ ਅਤੇ ਸਾਨੂੰ ਪਤਾ ਹੋਵੇ ਕਿ ਉਸ ਮਸਲੇ ਦੇ ਪ੍ਰਤੀ ਮਹਾਰਾਜ ਨੇ ਕੀ ਕਿਹਾ ਹੈ, ਅਤੇ ਜੇ ਮਹਾਰਾਜ ਦੇ ਪਰਿਵਾਰਾਂ ਵਿੱਚ ਉਹ ਮਸਲਾ ਆਇਆ ਤਾਂ ਮਹਾਰਾਜ ਨੇ ਕੀ ਕੀਤਾ ਹੈ। ਇਹ ਦੋ ਚੀਜ਼ਾਂ ਜਦੋਂ ਮਨੁੱਖ ਨੂੰ ਸਮਝ ਆ ਜਾਂਦੀਆਂ ਨੇ ਅਤੇ ਹੌਲੀ ਹੌਲੀ ਮਨੁੱਖ ਵਿਵੇਕ ਦੇ ਨੇੜੇ ਪਹੁੰਚ ਜਾਂਦਾ ਹੈ ਕਿ ਉਸ ਵਕਤ ਕੀ ਕਿਹਾ ਗਿਆ ਹੈ, ਜੋ ਕਿਹਾ ਗਿਆ ਅਸਾਂ ਉਹ ਕਰਨਾ ਹੈ, ਅਤੇ ਕਿਵੇਂ ਕਰਨਾ ਹੈ ਉਹ ਮਹਾਰਾਜ ਨੇ ਕਿਵੇਂ ਕੀਤਾ, ਉਸ ਸਮੱਸਿਆ ਦਾ ਹੈਂਡਲ ਮਹਾਰਾਜ ਨੇ ਕਿਵੇਂ ਪਕੜਿਆ। ਅਤੇ ਮਹਾਰਾਜ ਦੇ ਪਿਆਰਿਆਂ ਨੇ, ਜਿਹਨਾਂ ਨੂੰ ਅਸੀਂ ਗੁਰਮੁਖ ਕਹਿ ਦੇਨੇ ਹਾਂ, ਮਹਾਂਪੁਰਖ ਕਹਿ ਦੇਨੇ ਹਾਂ, ਭਗਤ ਕਹਿ ਦੇਨੇ ਹਾਂ, ਸੰਤ ਕਹਿ ਦੇਨੇ ਹਾਂ, ਉਹਨਾਂ ਨੇ ਇਸ ਸਮੱਸਿਆ ਦਾ ਸਮਾਧਾਨ ਕਿਵੇਂ ਕੀਤਾ। ਔਰ ਇਹੀ ਹੌਲੀ ਹੌਲੀ ਸਮਝ ਆ ਜਾਏ ਅਤੇ ਵਿਵੇਕ ਬੁੱਧੀ ਦੇ ਮਾਰਗ। ਇਸੇ ਕਰਕੇ ਸਾਨੂੰ ਦੱਸਿਆ ਗਿਆ ਹਰ ਨਾਮ ਕੀਰਤਨ ਰਾਤਾ ਜਿਹੜਾ ਵਿਅਕਤੀ ਹੈ, ਕੀਰਤਨ ਵਿੱਚ ਜੁੜਿਆ ਹੋਇਆ ਵਿਅਕਤੀ ਹੈ, ਉਹ ਇਹਨਾਂ ਦੋਨਾਂ ਚੀਜ਼ਾਂ ਨੂੰ ਪ੍ਰਾਪਤ ਕਰ ਲੈਂਦਾ ਹੈ। ਅਰਦਾਸ ਕਰੀਏ, ਹਰਦੀਜੇ ਬੁੱਧ ਵਿਵੇਕਾ, ਸਾਨੂੰ ਵਿਵੇਕ ਬੁੱਧੀ ਪ੍ਰਾਪਤ ਹੋਵੇ। ਔਰ ਇੱਥੋਂ ਆ ਕੇ ਜਦੋਂ ਅਸੀਂ ਸਾਵਧਾਨੀ ਨਾਲ ਟਿਕਦੇ ਹਾਂ ਅਤੇ ਸਾਨੂੰ ਸੁਖ ਹੈ ਨਹੀਂ, ਇਸ ਵਿਵੇਕ ਬੁੱਧੀ ਦਾ ਅਨੁਭਵ ਹੋ ਸਕਦਾ ਹੈ। ਅੱਜ ਇਹੀ ਬਚਨ ਮਹਾਰਾਜ ਨੇ ਸਾਡੇ ਨਾਲ ਕੀਤਾ ਹੈ। ਅਰਦਾਸ ਕਰੀਏ, ਹਰ ਕਿਰਪਾ ਕਰ, ਹੇ ਸੱਚੇ ਪਾਤਸ਼ਾਹ ਮੇਰੇ 'ਤੇ ਕਿਰਪਾ ਕਰ ਦਿਓ, ਕਿਉਂਕਿ ਜੀਵਨ ਦੇ ਵਿੱਚ ਬਹੁਤ ਕੁਛ ਐਸਾ ਹੈ ਜੋ ਮੇਰੇ ਗਿਆਨ ਦੇ ਨਾਲ ਸੰਬੰਧਿਤ ਹੈ, ਜੋ ਮੈਂ ਆਲੇ ਦੁਆਲੇ ਦੇ ਵੱਡਿਆਂ ਤੋਂ, ਛੋਟਿਆਂ ਤੋਂ, ਸਾਥੀਆਂ ਤੋਂ, ਇੱਧਰ ਤੋਂ ਉੱਧਰ ਤੋਂ ਪ੍ਰਾਪਤ ਕੀਤਾ। ਬਹੁਤ ਕੁਛ ਮੈਂ ਲਿਆ ਹੈ, ਪਰ ਉਹਦੇ 'ਚੋਂ ਵਰਤਣਾ ਕਿਵੇਂ ਹੈ ਇਹ ਸਮਝ ਨਹੀਂ ਆ ਰਹੀ। ਇਸ ਕਰਕੇ ਮਹਾਰਾਜ ਮੇਰੇ 'ਤੇ ਕਿਰਪਾ ਕਰੋ। ਜੇ ਕਿਤੇ ਅੱਜ ਆਪਾਂ ਇਸ ਵਿਚਾਰ ਤੱਕ ਟਿਕ ਸਕੀਏ, ਗੱਲ ਵੱਖਰੀ ਹੈ, ਕਿਸੇ ਪਹੁੰਚਦੇ ਵੀ ਉੱਥੇ ਪਹੁੰਚ ਨਹੀਂ ਪਾਉਂਦੇ ਹੁੰਦੇ। ਕਈ ਵਾਰ ਥੋੜ੍ਹਾ ਜਿਹਾ ਅਹਿਸਾਸ ਹੋ ਜਾਣ ਦੇ ਬਾਵਜੂਦ ਵੀ ਅਸੀਂ ਸ਼ਬਦਾਂ ਦਾ ਜੋੜ ਐਸਾ ਨਹੀਂ ਬਣ ਪਾਉਂਦਾ ਕਿ ਅਸੀਂ ਉੱਥੇ ਪਹੁੰਚ ਸਕੀਏ। ਵਿਵੇਕ ਬੁੱਧੀ ਦੀ ਮੰਗ ਕਰਦਿਆਂ ਅਸੀਂ ਇੱਥੇ ਪਹੁੰਚੀਏ।
ਜਿਵੇਂ ਕਿਹਾ ਨਾ, ਹਰ ਬੀਜੈ ਬੁੱਧ ਵਿਵੇਕਾ, ਤੇ ਹਰ ਕਰ ਕਿਰਪਾ, ਹਰ ਕਿਰਪਾ, ਹਰ ਕਿਰਪਾ ਕਰ। ਹੇ ਵਾਹਿਗੁਰੂ ਮੇਰੇ ਤੇ ਕਿਰਪਾ ਕਰ ਦਿਓ, ਹੇ ਵਾਹਿਗੁਰੂ ਮੇਰੇ ਤੇ ਕਿਰਪਾ ਕਰ ਦਿਓ। ਤੇ ਜੇ ਵਾਹਿਗੁਰੂ ਪੁੱਛ ਲੈਣ ਵੀ ਕਿਰਪਾ ਦੇ ਵਿੱਚੋਂ ਲੱਭਣਾ ਕੀ ਹੈ, ਤੂੰ ਕਿਰਪਾ ਤੇ ਮੰਗ ਰਿਹਾ, ਚਾਹੀਦਾ ਕੀ ਹੈ? ਕਿਉਂਕਿ ਸੱਚ ਹੈ ਕਿ ਜੋ ਕੁਝ ਵੀ ਮਿਲਣਾ ਹੈ ਉਹ ਤੁਹਾਡੀ ਕਿਰਪਾ ਕਰਕੇ ਮਿਲਣਾ ਹੈ। ਆਹ ਧੀਆਂ ਪੁੱਤਰ ਭੈਣ ਭਰਾ ਸੰਬੰਧ ਜਿਹੜੇ ਨੇ ਇਹ ਕਿਰਪਾ ਕਰਕੇ ਮਿਲੇ ਨੇ। ਕਾਮਯਾਬੀਆਂ ਜੋ ਮਿਲਦੀਆਂ ਨੇ ਕਿਰਪਾ ਕਰਕੇ ਮਿਲਦੀਆਂ ਨੇ। ਧਨ ਪਦਾਰਥ ਜੋ ਕੁਝ ਵੀ ਸਾਡੇ ਕੋਲ ਹੈ ਕਿਰਪਾ ਕਰਕੇ ਹੀ ਹੈ ਨਾ। ਅਸੀਂ ਇਹ ਤੇ ਨਹੀਂ ਕਹਿ ਸਕਦੇ ਨਾ ਕਿ ਦੇਖੋ ਜੀ ਆ ਬਿਨਾਂ ਕਿਰਪਾ ਤੋਂ ਮੈਂ ਲੈ ਲਿਆ, ਨਹੀਂ। ਜੋ ਕੁਝ ਵੀ ਹੈ ਸਾਡੇ ਕੋਲ ਕਿਰਪਾ ਕਰਕੇ, ਔਰ ਸਾਨੂੰ ਇੱਥੇ ਰੋਕਿਆ ਗਿਆ ਹੈ। ਕਰਮ ਤੇ ਕਿਰਪਾ ਦੇ ਵਿੱਚ ਇਹੀ ਬਾਰੀਕ ਜਿਹਾ ਇੱਕ ਭੇਤ ਹੈ। ਦੁਨੀਆ ਦੇ ਦਾਨੇ ਕਹਿਣਗੇ ਜੋ ਕੁਝ ਮੇਰੇ ਕੋਲ ਹੈ ਮੇਰੇ ਕਰਮਾਂ ਕਰਕੇ ਹੈ, ਪਰ ਚੰਗਾ ਵੀ ਲੱਗਦਾ। ਕਿਤੇ ਕਿਤੇ ਗੁਰਬਾਣੀ ਦੀ ਤੁਕ ਵੀ ਅਸੀਂ ਪੜ੍ਹ ਕੇ ਸੁਣਾ ਦਿਆਂਗੇ, ਦੇਖੋ ਜੀ ਕਰਮਾਂ ਕਰਕੇ ਹੈ। ਜੋ ਕੁਝ ਮੇਰੇ ਕੋਲ ਹੈ ਕਰਮਾਂ ਕਰਕੇ, ਮੇਰੇ ਕਰਮ ਕਰਕੇ ਹੈ। ਤੇ ਭਾਈ ਜੇ ਮੇਰੇ ਕਰਮ ਕਰਕੇ ਹੈ ਤੇ ਫਿਰ ਸਤਿਗੁਰ ਤੋਂ ਕਿਰਪਾ ਕਿਉਂ ਪ੍ਰਾਪਤ ਮੰਗ ਰਹੇ ਹੈ? ਜੇ ਸਭ ਕੁਝ ਤੇਰੇ ਕਰਮ ਕਰਕੇ ਹੀ ਹੈ ਤੇ ਸਤਿਗੁਰੂ ਕੋਲ ਕਿਰਪਾ ਕਿਉਂ ਮੰਗ ਰਿਹਾ? ਫਿਰ ਤੇ ਕਰਮ ਤੇ ਗੱਲ ਕਰ, ਠੀਕ ਹੈ ਤੇ ਮਿਲ ਜਾਏਗਾ, ਤੇ ਕਰਮਾਂ 'ਚ ਹੈ ਤੇ ਮਿਲ ਜਾਏਗਾ, ਗੱਲ ਮੁੱਕ ਗਈ। ਆ ਜੋ ਕੇਵਲ ਨਿਰੋਲ ਗਿਆਨੀ ਵਿਅਕਤੀ ਹੁੰਦੇ ਨਾ, ਜੋ ਨਾ ਨਾਸਤਿਕ ਤੇ ਨਾਸਤਿਕ, ਉਹ ਕਰਮ ਖੇਤਰ 'ਚ ਖੜੇ ਹੁੰਦੇ ਨੇ। ਜੋ ਕਰਮ 'ਚ ਹੋਏਗਾ, ਇਹਨੂੰ ਅਸੀਂ ਭਾਗਾਵਾਦੀ ਵੀ ਕਹਿ ਦਿੰਦੇ ਹਾਂ ਕਿ ਜੋ ਕਰਮਾਂ 'ਚ ਹੋਏਗਾ ਭਾਗਾਂ 'ਚ ਹੋਏਗਾ ਤੇ ਮਿਲ ਜਾਏਗਾ, ਨਹੀਂ ਭਾਗਾਂ 'ਚ ਹੋਏਗਾ ਤੇ ਨਹੀਂ। ਉਸ ਖੜੇ ਨੇ ਬਹੁਤ ਸਾਰੇ ਲੋਕ ਨੇ ਸਾਡੇ ਘਰਾਂ ਪਰਿਵਾਰਾਂ 'ਚ ਹੀ ਨੇ। ਨਾਸਤਿਕ ਦੂਜੇ ਪਾਸੇ ਝੁਕਾਅ ਪੈਦਾ ਕਰ, ਨਹੀਂ ਮੈਂ ਮਿਹਨਤ ਕਰਕੇ ਪ੍ਰਾਪਤ ਕਰੂੰਗਾ, ਤੇ ਦੂਜਾ ਗੁਰਮੁਖ ਕਹਿੰਦਾ ਨਹੀਂ ਮਿਹਨਤ ਕਰਨੀ ਸਾਡਾ ਧਰਮ ਹੈ, ਪਰ ਜੋ ਮਿਲਣਾ ਹੈ ਉਹ ਕਰਤੇ ਦੀ ਕਿਰਪਾ ਕਰਕੇ ਮਿਲਣਾ ਹੈ। ਇਸੇ ਕਰਕੇ ਗੁਰੂ ਨਾਨਕ ਦਰਸ਼ਨ ਦੇ ਵਿੱਚ ਇੱਕ ਬਚਨ ਬਹੁਤ ਪਿਆਰਾ ਹੈ, ਅਕਸਰ ਮੈਨੂੰ ਚੰਗਾ ਲੱਗਦਾ, ਮੈਂ ਪੜ੍ਹਦਾ ਰਹਿਣਾ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ, ਮਾਟੀ ਕਾ ਕਿਆ ਧੋਪੇ ਸੁਆਮੀ, ਮਾਨਸ ਕੀ ਗਾਤੀ। ਸੱਚੇ ਪਾਤਸ਼ਾਹ ਮੈਂ ਕੀ ਕਰਾਂ, ਮੈਂ ਤਾਂ ਇੱਦਾਂ ਦਾ ਹੀ ਹਾਂ। ਤੁਹਾਡੀ ਕਿਰਪਾ ਦੇ ਨਾਲ ਇੱਥੋਂ ਤੱਕ ਮਹਾਰਾਜ ਤੇ ਸਾਨੂੰ ਸਮਝਣ, ਤੁਮਰੀ ਕਿਰਪਾ ਤੇ ਭਇਓ ਸਾਧ ਸੰਗ, ਇਹ ਕਾਜ ਤੁਮ ਆਪ ਕੀਓ। ਆ ਸਤ ਸੰਗਤ ਵਿੱਚ ਬਿਠਾਇਆ ਜੇ ਵੀ ਤੁਹਾਡੀ ਕਿਰਪਾ ਹੀ ਹੈ, ਤੁਹਾਡੀ ਕਿਰਪਾ ਦੇ ਸਦਕੇ ਬੈਠੇ ਹਾਂ। ਇਸ ਕਰਕੇ ਕਿਰਪਾ ਹੀ ਗੁਰਮਤ ਵਿੱਚ ਬਹੁਤ ਵੱਡੀ। ਬੇਨਤੀ ਕਰ ਰਿਹਾ ਸਾਂ, ਕਰਮ ਤੇ ਕਿਰਪਾ ਜੋ ਭੇਤ ਹੈ, ਕਰਮ ਦੀਆਂ ਕੁਝ ਸੀਮਾਵਾਂ ਨੇ ਤੇ ਕਿਰਪਾ ਅਸੀਮ ਹੈ। ਜਿਸ ਤਰ੍ਹਾਂ ਸਮਝ ਸਕੀਏ ਤੇ ਕਰਮ ਦੀਆਂ ਸੀਮਾਵਾਂ ਨੇ ਤੇ ਕਿਰਪਾ ਅਸੀਮ ਹੈ। ਬਾਕੀ ਸਾਰੀਆਂ ਚੀਜ਼ਾਂ ਦੀਆਂ ਸੀਮਾਵਾਂ ਹੋਣਗੀਆਂ, ਪਰ ਕਿਰਪਾ ਅਸੀਮ ਹੈ। ਕਿਰਪਾ ਦੀ ਕੋਈ ਸੀਮਾ ਨਹੀਂ ਹੈ। ਸਾਨੂੰ ਸੂਈ ਵੀ ਮਿਲਦੀ ਤੇ ਕਿਰਪਾ ਕਰਕੇ, ਤੇ ਜਹਾਜ਼ ਵੀ ਮਿਲਦਾ ਤੇ ਕਿਰਪਾ ਕਰਕੇ। ਇਸੇ ਕਰਕੇ ਗੁਰੂ ਨਾਨਕ ਸਾਹਿਬ ਜੀ ਬਾਰ-ਬਾਰ ਕਿਰਪਾ ਦੀ ਗੱਲ ਕਰਦੇ ਨੇ, ਕਰਮ ਦਾ ਖੇਤਰ ਸਮਝਾਉਂਦੇ ਨੇ, ਪਰ ਕਦੇ ਵੇਖਿਆ ਜੇ ਗੁਰਬਾਣੀ 'ਚ ਕਰਮ ਦੀ ਵਿਆਖਿਆ ਕੀਤੀ ਜਾ ਰਹੀ ਹੋਵੇ? ਕਦੇ ਵੇਖਿਆ ਜੇ ਗੁਰਬਾਣੀ ਦੇ ਵਿੱਚ ਕਰਮ 'ਤੇ ਭਰੋਸਾ ਕਰਕੇ ਮਨੁੱਖ ਨੂੰ ਕਿਹਾ ਤੂੰ ਕਰਮ ਕਰਕੇ ਟਿਕ ਜਾ ਭਾਈ? ਨਹੀਂ, ਮਹਾਰਾਜ ਕਹਿੰਦੇ ਨੇ ਕਰਮ ਕਰਕੇ ਫਿਰ ਟਿਕ ਕਿਰਪਾ 'ਤੇ। ਹਾਂ, ਕਰਮ ਨੂੰ ਤੂੰ ਕਿਰਤ ਰੂਪ ਕਰ। ਕਰਮ ਨੂੰ ਅਸੀਂ ਬਦਲਦੇ ਹਾਂ ਸਰੂਪ ਇਹਦਾ। ਅਸੀਂ ਦੁਨੀਆ ਦੇ ਕਰਮ ਨੂੰ ਕਿਰਤ ਰੂਪ ਕਰਦੇ ਹਾਂ, ਅਤੇ ਕਿਰਤ ਰੂਪ ਕਰਦਿਆਂ ਜੋ ਅੰਦਰ ਸਾਡੇ ਖਿਆਲ ਚੱਲਦੇ ਨੇ, ਅਸੀਂ ਉਸ ਨੂੰ ਕਰਮ ਰੂਪ ਸੰਬੰਧਿਤ ਕਰਨ ਦਾ ਯਤਨ ਕਰਦੇ ਹਾਂ। ਇਸੇ ਕਰਕੇ ਗੁਰਸਿੱਖੀ ਦੇ ਕੁਝ ਅੰਸ਼ ਬਾਰੀਕ ਨੇ। ਜੋ ਕੁਝ ਵੀ ਅਸੀਂ ਕਰਦੇ ਹਾਂ ਕਿਰਤ ਹੈ। ਮੈਂ ਕਥਾ ਕਰ ਰਿਹਾ, ਮੇਰੀ ਕਿਰਤ ਹੈ। ਤੁਸੀਂ ਵਪਾਰ 'ਤੇ ਜਾਣਾ ਹੈ, ਕਿਰਤ ਹੈ। ਪਰ ਕਿਰਤ ਕਰਦੇ ਹਾਂ, ਕੋਈ ਕਿਰਤ ਕਰ ਸਕਦਾ ਹੈ। ਸਮੇਂ ਦੇ ਨਾਲ ਬਦਲੀ ਵੀ ਜਾ ਸਕਦੀ, ਕਿਉਂਕਿ ਕਿਰਤ ਬਦਲੀ ਜਾ ਸਕਦੀ ਹੈ। ਪਰ ਚੇਤਾ ਰੱਖਣਾ, ਬਦਲਿਆ ਕਰਮ ਵੀ ਜਾ ਸਕਦਾ ਹੈ, ਪਰ ਕਿਰਤ ਤੇ ਕਰਮ ਹੁੰਦੇ ਇਕੱਠੇ ਹੀ ਨੇ। ਕਿਰਤ ਕਰਦਿਆਂ ਕਰਮ ਚੰਗਾ ਹੋ ਸਕਦਾ ਹੈ, ਕਿਰਤ ਕਰਦਿਆਂ ਕਰਮ ਮੰਦਾ ਹੋ ਸਕਦਾ ਹੈ। ਬਸ ਇਹ ਗੱਲ ਸਾਨੂੰ ਹੌਲੀ ਹੌਲੀ ਸਮਝ ਆ ਜਾਏ ਤੇ ਸ਼ਾਇਦ ਅਸੀਂ ਥੋੜ੍ਹਾ ਜਿਹਾ ਅੱਗੇ ਜਾ ਪਾਵਾਂਗੇ। ਕਰਮ ਨੂੰ ਜਿਹਨੂੰ ਸੰਸਾਰ ਕਰਮ ਕਹਿੰਦਾ ਹੈ, ਤੋਂ ਅਸੀਂ ਗੁਰੂ ਨਾਨਕ ਕਿਰਤ ਕਹਿੰਦੇ ਨੇ। ਹਰ ਕਿਰਤ ਕਰ, ਹਰ
ਜੋ ਵੀ ਕਿਰਿਆ ਸਰੀਰ ਦੀ ਹੈ, ਮਨ ਕਰਕੇ ਤੇ ਤਨ ਕਰਕੇ ਜੋ ਕਿਰਿਆਵਾਂ ਨੇ, ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਨੇ ਉਸ ਨੂੰ ਕਿਰਤ ਕਰਕੇ ਕਿਹਾ। ਉਹ ਕਰਨੀ ਜ਼ਰੂਰੀ, ਉਹ ਤਾਂ ਧਰਮ ਹੈ ਤੇਰਾ, ਜ਼ਿੰਮੇਦਾਰੀਆਂ ਨੇ ਤੇਰੀਆਂ। ਪਰ ਤਨ ਕਰਕੇ ਮਨ ਕਰਕੇ ਜੋ ਕੁਝ ਵੀ ਕਿਰਿਆਵਾਂ ਕਰ ਰਿਹਾ ਹੈ, ਉਹਨਾਂ ਕਿਰਿਆਵਾਂ ਦੇ ਦਰਮਿਆਨ ਤੂੰ ਚੰਗਾ ਕਰ ਰਿਹਾ ਹੈ ਕਿ ਮੰਦਾ ਕਰ ਰਿਹਾ ਹੈ, ਇਹ ਹੋਰ ਗਹਿਰਾ ਹੈ। ਤੇ ਜੋ ਗਹਿਰਾ ਹੈ ਉਹ ਕਰਮ ਹੈ, ਉਸ ਨੂੰ ਤੂੰ ਆਪਣੇ ਆਪ ਨਹੀਂ ਬਦਲ ਸਕਦਾ। ਫਿਰ ਕਿਉਂਕਿ ਕਰ ਬੈਠਾ ਹੈ, ਉਹ ਭੁਗਤਣਾ ਪੈਂਦਾ ਹੈ। ਕਿਰਤ ਦਾ ਬਾਹਰਲਾ ਪੱਖ ਤੇ ਛੇਤੀ ਛੇਤੀ ਪ੍ਰਾਪਤ ਹੋ ਜਾਂਦਾ, ਛੱਡਿਆ ਵੀ ਜਾ ਸਕਦਾ ਹੈ। ਬਹੁਤ ਸਾਰੇ ਸੰਸਾਰ 'ਚ ਐਸਾ ਕੀਤਾ ਜਾ ਸਕਦਾ ਹੈ, ਕਿਰਤ ਕੀਤੀ, ਮੈਨੂੰ ਨਹੀਂ, ਮੈਂ ਇਨਾਮ ਨਹੀਂ ਚਾਹੀਦਾ। ਬਹੁਤ ਸਾਰੇ ਲੋਕ ਨੇ ਇਹ ਸ਼ਬਦ ਸੰਸਾਰ 'ਚ ਨਿਸ਼ਕਾਮ, ਮੈਂ ਕੰਮ ਕਰਦਾ ਹਾਂ, ਮੈਨੂੰ ਪੈਸੇ ਨਹੀਂ ਚਾਹੀਦੇ। ਛੱਡ ਦਿੱਤਾ ਤੁਸੀਂ, ਦਾ ਫਲ ਲੈਣ ਤੋਂ ਛੱਡਤਾ। ਜੋ ਸੰਸਾਰੀ ਸੀ, ਸੰਸਾਰ ਦਾ ਬਹੁਤ ਸਾਰੇ ਸਾਡੇ ਕੀਰਤਨੀਏ ਨੇ ਜਿਨ੍ਹਾਂ ਨੇ ਆਪਣੇ ਨਾਮ ਨਾਲ ਨਿਸ਼ਕਾਮ ਲਿਖਿਆ ਹੋਇਆ, ਨਿਸ਼ਕਾਮ ਕੀਰਤਨੀਏ। ਇਸੇ ਕਰਕੇ ਕੈਟਾਗਰੀਆਂ ਦੋ ਬਣ ਗਈਆਂ ਨਾ, ਇੱਕ ਨਿਸ਼ਕਾਮ ਕੀਰਤਨ, ਇੱਕ ਸਕਾਮ ਕੀਰਤਨੀਏ। ਪਰ ਸਮਝ ਸਕੀਏ ਕਿ ਕੋਈ ਨਿਸ਼ਕਾਮ ਹੋ ਸਕੇ ਅੱਜ ਤੱਕ ਕੀ ਕੋਈ ਨਿਸ਼ਕਾਮੀ ਹੋ ਸਕਿਆ? ਨਹੀਂ, ਸਿਰਫ ਉਸ ਨੇ ਆਪਣੇ ਉਸ ਕਰਮ ਦਾ ਜੋ ਬਾਹਰਲਾ ਪੱਖ ਕਿਰਤ ਰੂਪ ਕੀਤਾ ਹੈ, ਜੋ ਕਿਰਿਆ ਰੂਪ ਕੀਤਾ ਹੈ, ਉਸ ਦਾ ਅਵਜ਼ਾਨਾ ਨਹੀਂ ਲੈ ਰਿਹਾ, ਬਸ ਇਹ ਨਾ ਛੱਡ। ਜੋ ਅਵਜ਼ਾਨਾ ਦੂਸਰਾ ਲੈ ਰਿਹਾ ਉਹ ਨਹੀਂ ਲੈ ਰਿਹਾ, ਪਰ ਨਿਸ਼ਕਾਮ ਤੇ ਕੋਈ ਨਹੀਂ ਹੋ ਪਾਇਆ। ਨਿਸ਼ਕਾਮ ਕਰਮ ਨਾਲ ਸੰਬੰਧ ਰੱਖਦਾ ਹੈ। ਉਸ ਵਕਤ ਖਿਆਲ ਕੀ ਚੱਲ ਰਿਹਾ ਸੀ, ਉਹ ਕਰਮ ਨਾਲ ਸੰਬੰਧਿਤ ਹੋ ਜਾਏਗਾ। ਇਸੇ ਕਰਕੇ ਗੁਰਬਾਣੀ ਉਹਨਾਂ ਦੀ ਵਿਆਖਿਆਵਾਂ ਨਹੀਂ ਕਰਦੀ, ਗੁਰਬਾਣੀ ਵਿਆਖਿਆ ਕਰਦੀ ਕਿਰਪਾ ਦੀ। ਸਾਡੇ ਤੇ ਕਿਰਪਾ ਕਰੇ ਸਤਿਗੁਰ, ਕਿਰਪਾ ਕਰ। ਔਰ ਬੜੀ ਮਜ਼ੇ ਦੀ ਗੱਲ ਕਹੀਏ ਕਿ ਅਜਿਹੀ ਕਹਿੰਦੇ ਨੇ, ਹੇ ਵਾਹਿਗੁਰੂ ਮੇਰੇ ਤੇ ਕਿਰਪਾ ਕਰ, ਮੈਨੂੰ ਸਤਿਗੁਰੂ ਮਿਲਾ ਦੇ। ਕਿਉਂਕਿ ਸਾਰੀਆਂ ਉਲਝਣਾਂ ਸਤਿਗੁਰੂ ਦੀ ਸੰਗਤ ਵਿੱਚ ਹੀ ਸੁਲਝਣੀਆਂ ਨੇ। ਔਰ ਅੱਜ ਦੇ ਸੰਦਰਭਾਂ 'ਚ ਸਾਡੀ ਕਮਜ਼ੋਰੀ ਕਹਿ ਲਿਆ ਜਾਏ ਜਾਂ ਸਾਡੀ ਹੁਣ ਦੀ ਮਜਬੂਰੀ ਕਹਿ ਲਿਆ ਜਾਏ ਕਿ ਬਹੁਤ ਸਾਰੇ ਉਲਝਣਾਂ ਅਸੀਂ ਆਪਸ ਵਿੱਚ ਇੱਥੇ ਪਾ ਬੈਠੇ ਹਾਂ। ਬਹੁਤ ਸਾਰੀਆਂ ਇਹੀ ਉਲਝਣਾਂ ਅਸੀਂ ਆਪਸ ਵਿੱਚ ਹੀ ਪਾ ਬੈਠੇ ਹਾਂ, ਔਰ ਇਸੇ ਕਰਕੇ ਨਾ ਉਲਝਣਾਂ 'ਚੋਂ ਅਸੀਂ ਨਿਕਲ ਨਹੀਂ ਪਾ ਰਹੇ ਹਾਂ। ਅਸੀਂ ਕਰਮ ਤੇ ਕਿਰਪਾ ਦੇ ਖੇਤਰ 'ਚ ਫਸ ਗਏ ਹਾਂ। ਗੁਰਦੇਵ ਕਿਰਪਾ ਕਰਨ ਅਸੀਂ ਕਰਮ ਨੂੰ ਸਿਰਫ ਕਿਰਤ ਤੱਕ ਸੀਮਤ ਰੱਖੀਏ ਅਤੇ ਉਹਦੇ ਅੰਦਰ ਚੰਗੇ ਅਤੇ ਮੰਦੇ ਦੀ ਸਮਝ ਰੱਖੀਏ। ਵਿਵੇਕ ਬੁੱਧੀ ਦੇ ਨਾਲ ਚੰਗੇ ਅਤੇ ਮੰਦੇ ਦੀ ਪਕੜ ਆਏਗੀ ਕਿ ਖਿਆਲਾਤ ਨੂੰ ਕਿਹੋ ਜਿਹਾ ਰੱਖਣਾ ਹੈ, ਆਪਣੇ ਅੰਦਰ ਦੀ ਜੋ ਨਿਜ ਤੱਤ ਦੀ ਵਿਚਾਰ ਹੁੰਦੀ ਹੈ ਉਹਨੂੰ ਕਿਹੋ ਜਿਹਾ ਰੱਖਣਾ ਹੈ। ਬਾਹਰ ਦੀ ਕਿਰਤ ਬਦਲੀ ਜਾ ਸਕਦੀ ਹੈ, ਦੁਨਿਆਵੀ ਸ਼ਬਦ ਦੇ ਬਾਹਰ ਦਾ ਕਰਮ ਬਦਲਿਆ ਜਾ ਸਕਦਾ ਹੈ, ਪਰ ਚੇਤਾ ਰੱਖਣਾ ਇਹ ਸਾਰੇ ਕੁਝ ਦੇ ਵਾਸਤੇ ਜੋ ਚਾਹੀਦਾ ਹੈ ਉਹ ਕਿਰਪਾ ਹੈ। ਜਿੰਨੇ ਵੀ ਸੰਸਾਰ ਦੇ ਤਨ ਤੇ ਮਨ ਦੇ ਕਿਰਿਆਵਾਂ ਨੇ, ਕਿਰਤ ਨੇ, ਕਰਮ ਨੇ, ਉਹਨਾਂ ਨੂੰ ਕਰਨ ਵਾਸਤੇ, ਉਹਨਾਂ ਨੂੰ ਗ੍ਰਹਿਣ ਕਰਨ ਵਾਸਤੇ, ਉਹਨਾਂ ਨੂੰ ਤਿਆਗਣ ਵਾਸਤੇ ਕਿਰਪਾ ਦੀ ਜ਼ਰੂਰਤ ਹੈ। ਕਿਉਂਕਿ ਕਿਰਪਾ ਦੇ ਵਿੱਚੋਂ ਜੋ ਮਿਲਦਾ ਹੈ ਉਹ ਹੈ ਬਲ। ਅਸੀਂ ਹੁਣ ਇਸੇ ਕਹਿੰਦੇ ਮਹਾਰਾਜ ਮੇਰੇ 'ਤੇ ਕਿਰਪਾ ਕਰੋ, ਅਤੇ ਮਹਾਰਾਜ ਕਿਰਪਾ ਜਦੋਂ ਕਰਨਗੇ ਤਾਂ ਮੈਨੂੰ ਮਿਲੇਗਾ ਕਿਵੇਂ? ਕਿਉਂਕਿ ਕਿਰਪਾ ਕੋ ਵਸਤੂ ਤਾਂ ਹੈ ਨਹੀਂ ਕਿ ਮੈਂ ਆਇਆ ਅਤੇ ਪ੍ਰਸ਼ਾਦ ਮਿਲ ਗਿਆ। ਜਿਵੇਂ ਅਸੀਂ ਇੱਥੇ ਮੱਥਾ ਟੇਕ ਕੇ ਬਾਹਰ ਜਾਂਦੇ ਹਾਂ, ਬਾਹਰ ਸੇਵਾਦਾਰ ਇੱਕ ਬੈਠਾ ਹੈ, ਸਾਨੂੰ ਪ੍ਰਸ਼ਾਦ ਦੇ ਦਿੰਦਾ ਹੈ। ਅਤੇ ਜੇ ਕਿਤੇ ਸਮਝੀਏ ਆਪਣੇ ਮਾਨਸਿਕ ਭੁੱਖ ਨੂੰ, ਜੇ ਕਿਸੇ ਅਸੀਂ ਮੱਥਾ ਟੇਕ ਕੇ ਬਾਹਰ ਗਏ ਅਤੇ ਵਕਤ 'ਤੇ ਪ੍ਰਸ਼ਾਦ ਵਰਤਾਉਣ ਵਾਲਾ ਨਹੀਂ ਬੈਠਾ, ਅਸੀਂ ਕੁਝ ਪਲਾਂ ਲਈ ਬੇਚੈਨ ਹੋ ਜਾਂਦੇ ਹਾਂ। ਪ੍ਰਸ਼ਾਦ ਵਾਲਾ ਕਿੱਥੇ ਗਿਆ? ਅਸੀਂ ਸੱਜੇ ਖੱਬੇ ਤਲਾਸ਼ਦੇ ਹਾਂ। ਅਗਰ ਅਸੀਂ ਪਾਵਰਫੁੱਲ ਹਾਂ ਤਾਂ ਸਾਨੂੰ ਕ੍ਰੋਧ ਆਉਣ ਲੱਗ ਪੈਂਦਾ, ਅਗਰ ਅਸੀਂ ਕਮਜ਼ੋਰ ਹਾਂ ਤਾਂ ਖਿਝ ਆਉਣ ਲੱਗ ਪੈਂਦੀ। ਦੋਨੋਂ ਚੀਜ਼ਾਂ ਆਉਂਦੀਆਂ ਨੇ। ਅਗਰ ਪਾਵਰਫੁੱਲ ਹੈ ਤਾਂ ਕ੍ਰੋਧ ਆਉਣ ਲੱਗ ਪਏਗਾ, ਅਸੀਂ ਉਹਦਾ ਨਾਂ ਲੈ ਕੇ ਡਾਂਟ ਟਪਟ ਤੱਕ ਪਹੁੰਚ ਜਾਵਾਂਗੇ, ਡਿਸਮਿਸ ਕਰ ਦਿਆਂਗੇ ਉਸ ਨੂੰ। ਔਰ ਅਗਰ ਅਸੀਂ ਪਾਵਰਫੁੱਲ ਨਹੀਂ ਹਾਂ, ਕਮਜ਼ੋਰ ਹਾਂ, ਤਾਂ ਖਿਝ ਆਏਗੀ, ਅਸੀਂ ਆਪਣੇ ਆਪ 'ਚ ਖਿਝ ਆਵਾਂਗੇ, ਬੜੀ ਦੂਰ ਤੱਕ ਉਹ ਖਿਝ ਨਾਲ ਲੈ ਕੇ ਜਾਵਾਂਗੇ। ਅਤੇ ਜੇ ਪ੍ਰਸ਼ਾਦ ਸੁਖੈਨ ਮਿਲ ਜਾਏ ਤੁਸੀਂ ਸਾਇਲੈਂਟ ਜਿਹੇ ਹੋ ਕੇ ਨਿਕਲ ਜਾਣੇ, ਨਾ ਖਿਝ ਆਉਂਦੀ ਅਤੇ ਨਾ ਕ੍ਰੋਧ ਆਉਂਦਾ, ਬਲਕਿ ਖੁਸ਼ੀ ਜੀ, ਹਾਂ ਕਿਰਪਾ ਪ੍ਰਸਾਦ ਮਿਲ ਗਿਆ ਜੀ, ਬਸ ਬਹੁਤ ਹੈ ਜੀ। ਇਸੇ ਤਰ੍ਹਾਂ ਅਜੇ ਇਹ ਬਾਹਰਲਾ ਦੇਖਣ ਵਾਲਾ ਹੈ ਜੀ। ਠੀਕ ਕਦੇ ਗੌਰ ਕੀਤਾ ਆਤਮਾ ਦੀ ਵੀ ਇੱਦਾਂ ਦੀ ਭੁੱਖ ਹੋਵੇਗੀ? ਆਤਮਾ ਨੂੰ ਵੀ ਪ੍ਰਸਾਦ, ਗੁਰਬਾਣੀ 'ਚ ਕਿਰਪਾ ਨੂੰ ਪ੍ਰਸਾਦ ਕੇ ਪ੍ਰਸਾਦ ਚਾਹੀਦਾ ਹੋਵੇਗਾ। ਉੱਥੇ ਨਹੀਂ ਮਿਲਦਾ ਅਤੇ ਮਿਲਦਾ, ਇਹਦੇ ਪੱਖ ਅਲੱਗ ਅਲੱਗ ਹੋਣਗੇ ਨਾ, ਕਿਉਂਕਿ ਉਹ ਸਾਡੇ
ਇਸ ਮੱਤ ਤੇ ਮਨ ਤੋਂ ਪਾਰ ਹੈ, ਇਸ ਕਰਕੇ ਉਹਦਾ ਅਹਿਸਾਸ ਸਾਨੂੰ ਕਦੇ ਹੁੰਦਾ ਨਹੀਂ। ਪਰ ਚੇਤਾ ਰੱਖਣਾ, ਜਦੋਂ ਆਤਮਾ ਨੂੰ ਪ੍ਰਸਾਦ ਨਹੀਂ ਮਿਲਦਾ, ਆਤਮਾ 'ਚ ਵੀ ਇਹ ਖਿਝ ਤੇ ਕ੍ਰੋਧ ਅਸੀਂ ਨਹੀਂ ਕਹਿ ਸਕਦੇ, ਪਰ ਆਤਮਾ 'ਚ ਸਿਆਣੇ ਮੰਨਦੇ ਨੇ ਮਾਯੂਸੀਆਂ ਛਾਂਦੀਆਂ। ਉਹ ਖਿਝ ਤੇ ਨਹੀਂ ਸਕਦੀ, ਆਤਮਾ ਕ੍ਰੋਧ ਤੇ ਨਹੀਂ ਕਰਦੀ, ਕਿਉਂਕਿ ਆਤਮਾ ਇਹਨਾਂ ਤੋਂ ਨਿਰਲਿਪਤ ਹੈ। ਪਰ ਆਤਮਾ ਨਿਰਲਿਪਤ ਹੁੰਦਿਆਂ ਹੋਇਆਂ ਵੀ ਆਨੰਦ ਤੇ ਮਾਣਦੀ ਹੈ ਨਾ, ਆਤਮਾ ਆਨੰਦ ਤੇ ਹੁੰਦੀ ਹੈ ਨਾ। ਅਤੇ ਜਿੱਥੇ ਆਨੰਦ ਨਾ ਮਿਲੇ, ਫਿਰ ਦੂਜੇ ਪਾਸੇ ਸ਼ਬਦ ਛੜਾ ਕਿਹੜਾ ਸਾਡੇ ਕੋਲ ਬਿਹਤਰ ਹੈ, ਆਪਣਾ ਆਪਣਾ ਬਣ ਸਕਦਾ ਨਾ। ਅਸੀਂ ਆਪ ਜਾਣਦੇ ਹਾਂ ਕਿ ਜਦੋਂ ਸਾਨੂੰ ਆਨੰਦ ਨਹੀਂ ਮਿਲਿਆ ਅਤੇ ਫਿਰ ਕੁਛ ਤਾਂ ਮਿਲਿਆ ਨਾ। ਕੀ ਕਰਾਂ, ਮਾਯੂਸ ਹੋਏ। ਕੀਰਤਨ ਸੁਣਨ ਗਏ ਸਾਂ, ਬੜਾ ਨਾਮ ਸੁਣਿਆ ਸੀ, ਪਰ ਉਹਨਾਂ ਆਨੰਦ ਨਹੀਂ, ਮਾਯੂਸੀ ਆ ਗਈ। ਉੱਥੇ ਉਹ ਆਨੰਦ ਨਹੀਂ ਆਇਆ। ਭੋਜਨ ਦਾ ਨਾਮ ਸੁਣਿਆ ਸੀ, ਬੜੇ ਮਸ਼ਹੂਰ ਹੱਟੀ ਸੀ, ਪਰ ਉਹ ਆਨੰਦ ਨਹੀਂ ਆਇਆ। ਅਤੇ ਫਿਰ ਕੀ ਆਇਆ? ਮਾਯੂਸੀ ਆਈ ਹੈ। ਉਸ ਨੂੰ ਪ੍ਰਾਪਤ ਕਰਨ ਲਈ ਜੋ ਚਾਹਤ ਸੀ ਉਹ ਨਹੀਂ ਮਿਲੀ, ਅਤੇ ਮਾਯੂਸੀ ਮਿਲੀ ਆ। ਚੇਤਾ ਰੱਖਣਾ, ਇਸੇ ਤਰ੍ਹਾਂ ਜਦੋਂ ਆਤਮਾ ਨੂੰ ਕਿਤੋਂ ਕੋਈ ਚੀਜ਼ ਨਹੀਂ ਮਿਲਦੀ ਜੋ ਆਨੰਦ ਨਾਲ ਸੰਬੰਧਿਤ ਹੈ, ਅਤੇ ਆਤਮਾ 'ਤੇ ਮਾਯੂਸੀ ਆਉਂਦੀ ਹੈ। ਅਤੇ ਜਦੋਂ ਆਤਮਾ 'ਤੇ ਮਾਯੂਸੀ ਆਉਂਦੀ ਹੈ, ਅਤੇ ਸਾਡਾ ਸਾਰਾ ਜੀਵਨ ਮਾਯੂਸੀਆਂ ਨਾਲ, ਉਦਾਸੀਆਂ ਨਾਲ ਭਰ ਜਾਂਦਾ ਹੈ। ਅਸੀਂ ਕਹਿੰਦੇ ਸਭ ਕੁਝ ਤਾਂ ਠੀਕ ਹੈ, ਸਭ ਕੁਝ ਤਾਂ ਠੀਕ ਹੈ, ਨਹੀਂ ਮੈਨੂੰ ਡਿਪਰੈਸ਼ਨ ਵੀ ਮੈਨੂੰ ਕੋਈ ਨਹੀਂ, ਮਾੜਾ ਖਿਆਲ, ਮਾੜਾ ਫੁਰਨਾ ਵੀ ਕੋਈ ਨਹੀਂ ਆ ਰਿਹਾ, ਪਰ ਪਤਾ ਨਹੀਂ ਕਿਉਂ ਚਿੱਤ ਉਦਾਸ ਹੈ। ਕਦੇ ਕਦੇ ਸਿਕਰ ਪਤਾ ਨਹੀਂ ਕਿਉਂ ਚਿੱਤ ਉਦਾਸ ਹੈ। ਖੇੜਾ ਜਿਹਾ ਨਹੀਂ ਜੀਵਨ 'ਚ, ਉਹ ਖੇੜਾ ਜਿਹਾ ਜੋ ਵਿਆਖਿਆ 'ਚ ਨਹੀਂ ਆ ਪਾਉਂਦਾ, ਜਿਸ ਨੂੰ ਅਸੀਂ ਐਕਸਪਲੇਨ ਨਹੀਂ ਕਰ ਪਾਉਂਦੇ, ਉਹ ਮਿਲਦਾ ਹੈ ਆਨੰਦ ਨਾਲ। ਅਤੇ ਆਤਮਾ ਨੂੰ ਆਨੰਦ ਮਿਲਦਾ ਹੈ ਜਦੋਂ ਆਤਮਾ 'ਤੇ ਕਰਤੇ ਦੀ ਕਿਰਪਾ ਹੁੰਦੀ ਹੈ। ਇਸੇ ਕਰਕੇ ਅਭਿਆਸੀਆਂ ਨੂੰ ਪਤਾ ਹੈ, ਜਿਹੜੇ ਸਤਸੰਗੀ ਨੇ ਉਹ ਖਿੜੇ ਰਹਿੰਦੇ ਨੇ। ਅਮੀਰੀਆਂ ਗਰੀਬੀਆਂ, ਦੁੱਖ ਅਤੇ ਸੁੱਖ ਆਉਂਦੇ ਰਹਿੰਦੇ ਨੇ, ਉੱਤੇ ਸੰਸਾਰ ਦੇ ਲਹਿਰਾਂ ਨੇ। ਅੱਜ ਸ਼ਬਦ ਵੀ ਹੈ ਨਾ, ਭਗਤ ਕੌਣ ਹੈ ਜੋ ਦੁੱਖ ਸੁੱਖ ਸਮਤ ਕਰ ਜਾਣੇ। ਭਗਤ ਦੁੱਖ ਸੁੱਖ ਨੂੰ ਇੱਕ ਕਰਕੇ ਜਾਣ ਰਹੇ ਹੈ, ਅਤੇ ਪਰ ਉਹ ਖਿੜਿਆ ਹੋਇਆ ਹੈ। ਇਸ ਕਰਕੇ ਮੰਗ ਹੈ ਸੱਚੇ ਪਾਤਸ਼ਾਹ ਮੇਰੇ 'ਤੇ ਕਿਰਪਾ ਕਰ, ਕਿਉਂਕਿ ਕਿਰਪਾ ਨਾ ਤਨ ਕਰਕੇ ਪ੍ਰਗਟ ਹੋਣੀ ਹੈ, ਨਾ ਮਨ ਕਰਕੇ ਪ੍ਰਗਟ ਹੋਣੀ। ਆਤਮਾ ਦਾ ਮੰਡਲ ਹੈ, ਖੇੜਾ ਮਿਲੇਗਾ, ਇਹਨੂੰ ਕਹਿੰਦੇ ਨੇ ਬਲ ਮਿਲੇਗਾ। ਅਤੇ ਜਦੋਂ ਕਿਰਪਾ ਮਿਲਦੀ ਹੈ ਉਦੋਂ ਬਲ ਮਿਲਦਾ ਹੈ, ਅਤੇ ਬਲ ਦੇ ਸਦਕੇ ਹੀ ਅਸੀਂ ਕਿਸੇ ਵਸਤੂ ਨੂੰ ਗ੍ਰਹਿਣ ਕਰ ਸਕਦੇ ਹਾਂ ਜਾਂ ਕਿਸੇ ਨੂੰ ਤਿਆਗ ਸਕਦੇ ਹਾਂ। ਇਹ ਤਿੰਨਾਂ ਲੈਵਲਾਂ 'ਤੇ ਕੰਮ ਕਰਦਾ ਹੈ। ਸਰੀਰ ਕਰਕੇ ਕੁਝ ਵਸਤੂ ਨੂੰ ਗ੍ਰਹਿਣ ਕਰਨਾ ਹੈ, ਕਿਸੇ ਵਸਤੂ ਨੂੰ ਤਿਆਗਣਾ ਹੈ, ਅਤੇ ਸਰੀਰ 'ਚ ਬਲ ਚਾਹੀਦਾ। ਆ ਵੇਖਿਆ ਹੋਣਾ ਨਾ, ਸੜਕ 2-4 ਕਿਲੋ ਵਜ਼ਨ ਹੋਵੇ, ਅਸੀਂ ਚੁੱਕ ਕੇ ਕਿਤੇ 2-4-10 ਕਦਮ ਜਾਣਾ ਹੈ, ਸਰੀਰ ਵਿੱਚ ਬਲ ਹੋਏਗਾ ਤਾਂ ਚੁੱਕ ਕੇ ਲੈ ਜਾਓਗੇ ਨਾ। ਅਤੇ ਜੇ ਸਰੀਰ 'ਚ ਬਲ ਨਹੀਂ ਹੈ, ਅਤੇ ਭਾਵ ਆਪਣਾ ਸਰੀਰ ਚੁੱਕ ਕੇ ਲੈ ਜਾਣਾ ਔਖਾ ਹੋਇਆ ਹੁੰਦਾ। ਬਲਹੀਨ ਵਿਅਕਤੀ ਤੋਂ ਤੁਰਨਾ ਔਖਾ ਹੈ। ਤੁਰਨ ਦਾ ਮਤਲਬ ਕੀ ਹੈ? ਆਪਣਾ ਸਰੀਰ ਚੁੱਕ ਕੇ ਲਿਜਾਣਾ ਔਖਾ, ਗੋਡਿਆਂ ਨੂੰ ਔਖਾ ਹੋਇਆ। ਮੇਰਾ ਸਰੀਰ ਹੀ ਹੈ, ਬਚਪਨ ਤੋਂ ਨਾਲ ਚੱਲਦਾ ਹੈ, ਪਰ ਨਹੀਂ ਚੁੱਕਿਆ ਜਾਂਦਾ। ਹੁਣ ਕਈ ਵਾਰ ਹੁੰਦਾ ਨਾ, ਖਿਮਾ ਕਰਨਾ, ਵਿਅਕਤੀ ਬਹਿ 'ਤੇ ਜਾਂਦਾ ਹੈ, ਵਿਅਕਤੀ ਨੂੰ ਹੱਥ ਪਕੜ ਕੇ ਸਹਾਰਾ ਦੇ ਕੇ ਉਠਾਉਣਾ ਪੈਂਦਾ, ਆਪਣਾ ਸਰੀਰ ਨਹੀਂ ਚੁੱਕਿਆ ਜਾ ਰਿਹਾ। ਅਤੇ ਦੂਸਰੇ ਪਾਸੇ ਅਸੀਂ ਵੇਖਿਆ ਬਲਵਾਨ ਵਿਅਕਤੀ ਮੋਢਿਆਂ 'ਤੇ ਕੁਆਂਟਲ ਭਰ ਦੀ ਬੋਰੀ ਭਰ ਕੇ ਉੱਠ ਜਾਂਦਾ ਹੈ। ਉਹ ਕੀ ਹੈ? ਸਰੀਰ ਦਾ ਬਲ ਹੈ। ਇਸੇ ਤਰ੍ਹਾਂ ਕੋਈ ਸਰੀਰਕ ਵਸਤੂ ਨੂੰ ਉਠਾਉਣਾ, ਤਿਆਗਣਾ ਸਰੀਰਕ ਬਲ ਹੈ। ਮਾਨਸਿਕ ਸੰਕਲਪ ਜਿਹੜੇ ਨੇ, ਜੋ ਫੁਰਨਿਆਂ ਨਾਲ ਸੰਬੰਧ ਰੱਖਦੇ ਨੇ, ਜੋ ਵਿਕਾਰਾਂ ਨਾਲ ਸੰਬੰਧ ਰੱਖਦੇ ਨੇ, ਉਹਨਾਂ ਨੂੰ ਵੀ ਇਸੇ ਬਲ ਦੇ ਨਾਲ ਹੀ ਤਿਆਗਿਆ ਜਾ ਸਕਦਾ ਹੈ। ਮਾਨਸਿਕ ਕਮਜ਼ੋਰ ਵਿਅਕਤੀ ਕਦੇ ਵਿਕਾਰਾਂ ਦਾ ਤਿਆਗ ਵੀ ਨਹੀਂ ਕਰ ਪਾਉਂਦਾ। ਅੱਜ ਸਮਾਜ ਵਿੱਚ ਅਸੀਂ ਵੇਖਦੇ ਨਾ, ਲੋਕ ਵਿਕਾਰਾਂ ਦਾ ਤਿਆਗ ਨਹੀਂ ਕਰ ਪਾ ਰਹੇ। ਲੱਖ ਸਮਝਾਉਣ ਦੇ ਬਾਵਜੂਦ ਵੀ, ਲੱਖ ਦੁਖੀ ਹੋਣ ਦੇ ਬਾਵਜੂਦ ਵੀ ਉਹ ਆਪਣੇ ਵਿਕਾਰ ਨਹੀਂ ਤਿਆਗ ਪਾ ਰਿਹਾ। ਸਮਝ ਲੈਣਾ ਇਹ ਮਾਨਸਿਕ ਤੌਰ 'ਤੇ ਬਹੁਤ ਕਮਜ਼ੋਰ ਹੈ। ਦੁਖੀ ਹੋ ਰਿਹਾ ਇਹ ਤੋਂ, ਲੇਕਿਨ ਤਿਆਗ ਨਹੀਂ ਪਾ ਰਿਹਾ, ਕਿਉਂਕਿ ਸਮਰੱਥਾ ਹੀ ਨਹੀਂ ਸਿੱਟ ਦੇਵੇ। ਲੱਖ ਕਥਾ ਕਹਾਣੀ ਕੀਰਤਨ ਸੁਣ ਕੇ ਵੀ ਕੁਛ ਗ੍ਰਹਿਣ ਨਹੀਂ ਕਰ ਪਾ ਰਿਹਾ। ਅਸੀਂ ਵੇਖਿਆ ਗ੍ਰਹਿਣ ਨਹੀਂ ਹੋ ਰਿਹਾ। ਕਿਉਂ? ਮਨ ਕਮਜ਼ੋਰ ਹੈ, ਬਹੁਤ ਮਾਨਸਿਕ ਕਮਜ਼ੋਰੀ ਹੈ, ਕੁਝ ਪਕੜ ਹੀ ਨਹੀਂ ਪਾ ਰਿਹਾ। ਅਸੀਂ ਕਦੇ ਕਦੇ ਕਹਿੰਦੇ ਨਾ, ਕੀ ਕਰੀਏ, ਕਥਾ ਕੀਰਤਨ ਪਕੜ 'ਚ ਹੀ ਨਹੀਂ ਆ ਰਿਹਾ। ਮਸਕੀਨ ਸਾਹਿਬ ਨੂੰ ਸੁਣਨਾ ਹੋਵੇ ਤੇ ਪਕੜ 'ਚ ਹੀ ਨਹੀਂ ਆ ਰਿਹਾ।
ਭਾਈ ਸਾਹਿਬ ਵੀਰ ਸਾਹਿਬ ਨੂੰ ਪੜ੍ਹੀਏ ਤੇ 3 ਵਾਰ ਪੜ੍ਹੀਏ ਤੇ ਕਿਤੇ ਇੱਕ ਅੱਧੀ ਤੁਕ ਪਕੜ 'ਚ ਆਉਂਦੀ ਹੈ। ਪ੍ਰੋਫੈਸਰ ਪੂਰਨ ਸਿੰਘ ਨੂੰ ਪੜ੍ਹੀਏ ਤੇ ਸਿਰ ਤੋਂ ਲੱਗ ਜਾਂਦਾ ਹੈ। ਕਿਉਂ? ਕਿ ਉਹਨਾਂ ਕੋ ਗਲਤ ਲਿਖਿਆ ਹੈ। ਇੰਨਾ ਚੰਗਾ ਲਿਖ ਦਿੱਤਾ ਹੈ, ਇੰਨਾ ਵਿਚਾਰ ਨੇ ਕਿ ਸਾਡੇ ਮਾਨਸਿਕ ਪਕੜ ਹੀ ਕਮਜ਼ੋਰ ਹੈ, ਪਕੜ 'ਚ ਨਹੀਂ ਆ ਰਿਹਾ। ਹਾਂ, ਕੋਈ ਨਾਵਲ ਹੋਵੇ, ਉਪਨਿਆਸ ਹੋਵੇ, ਬਚਪਨ 'ਚ ਪੜ੍ਹਿਆ ਹੁਣ ਤੱਕ ਨਹੀਂ ਛੱਡਿਆ ਗਿਆ। ਕੋਈ ਫਿਲਮ ਦੇਖੀ ਹੋਵੇ ਹੁਣ ਤੱਕ ਉਸੇ ਵਕਤ ਨਾਲੋਂ ਨਾਲ ਯਾਦ ਹੈ। ਤਜਰਬੇ 'ਚ ਵੇਖਿਆ ਹੋਣਾ, ਜਾਪ ਸਾਹਿਬ ਆਪ ਪੜ੍ਹਦੇ ਨੂੰ ਕਿਤਨਾ ਸਿਰ ਹੋ ਗਿਆ, ਹੁਣ ਵੀ ਭੁੱਲ ਜਾਂਦੇ ਹਾਂ। ਸੋਹਿਲਾ ਸਾਹਿਬ ਬਚਪਨ ਤੋਂ ਯਾਦ ਕੀਤਾ ਹੋਏਗਾ, ਹੁਣ ਵੀ ਭੁੱਲ ਜਾਂਦੇ ਹਾਂ। ਲੇਕਿਨ ਕੋਈ ਸੜਕ 'ਤੇ ਕੋਈ ਟੱਪੇ ਗਾ ਰਿਹਾ ਹੋਵੇ, ਨਾਲੋਂ ਨਾਲ ਯਾਦ ਹੋ ਜਾਂਦੇ। ਕਿਉਂ? ਹੈ ਤੇ ਅੱਖਰ ਉਹੀ 35 ਦੇ ਉਹਦੇ 'ਚ 35 ਦੇ ਉਹਦੇ 'ਚ, ਮਾਤਰਾਵਾਂ ਤਾਂ ਉਹੀ ਨੇ ਜੋ ਜਾਪ ਸਾਹਿਬ ਦੇ ਵਿੱਚ ਨੇ, ਅਤੇ ਮਾਤਰਾਵਾਂ ਉਹੀ ਜੋ ਸੜਕ 'ਤੇ ਗਾਉਣ ਟੱਪੇ ਦੇ ਵਿੱਚ ਨੇ। ਪਰ ਇਹਨਾਂ ਟੱਪਿਆਂ ਦੇ ਵਿੱਚ ਬਲ ਕੁਛ ਨਹੀਂ ਹੈ, ਹੀ ਕੁਛ ਨਹੀਂ। ਇਸ ਕਰਕੇ ਬਲਕਿ ਹਲੇ ਥਿਆਲ ਮਾਨ ਹਲਕੇ ਥੀ ਚੁੱਕ ਲੈਂਦਾ ਹੈ। ਜਪਜੀ ਸਾਹਿਬ ਦੇ ਵਿੱਚ ਬਹੁਤ ਬਲ ਹੈ, ਵਜ਼ਨ ਹੈ, ਮਨ ਪਕੜ ਹੀ ਨਹੀਂ ਪਾ ਰਿਹਾ। ਇਸੇ ਤਰ੍ਹਾਂ ਚੰਗੀਆਂ ਗੱਲਾਂ ਗ੍ਰਹਿਣ ਨਹੀਂ ਹੋ ਪਾ ਰਹੀਆਂ ਕਿਉਂਕਿ ਮਨ ਤੇ ਇਸੇ ਤਰ੍ਹਾਂ ਤੀਜੇ ਲੈਵਲ 'ਤੇ ਜਿਹਨਾਂ ਦੀ ਆਤਮਾ ਕਮਜ਼ੋਰ ਹੈ ਜਾਂ ਆਤਮਾ ਬਲਵਾਨ ਹੈ। ਅਸੀਂ ਕਹਿੰਦੇ ਬੜੀ ਬਲਵਾਨ ਆਤਮਾ ਹੈ, ਦੂਜੇ ਪਾਸੇ ਕਹਿੰਦੇ ਬੜੀ ਕਮਜ਼ੋਰ ਆਤਮਾ ਹੈ। ਉਹ ਬਲਵਾਨ ਆਤਮਾ ਹੈ, ਕਮਜ਼ੋਰ ਆਤਮਾ ਹੈ। ਹੁਣ ਚਲੋ ਮਨ ਨੂੰ ਤੇ ਫਿਰ ਵੀ ਕੋਈ ਮਨੋਵਿਗਿਆਨਿਕ ਹੌਲੀ ਹੌਲੀ ਟ੍ਰੇਨਡ ਕਰ ਸਕਦਾ। ਸਰੀਰ ਨੂੰ ਕੋਈ ਸਾਡਾ ਸਰੀਰਕ ਟ੍ਰੇਨਿੰਗ ਡਾਕਟਰ, ਜਿਹਨੂੰ ਆਪਾਂ ਅੱਜ ਕੱਲ੍ਹ ਡਾਈਟੇਸ਼ਨ ਕਹਿ ਸਕਦੇ ਹਾਂ, ਬਿਹਤਰੀਨ ਡਾਈਟ ਦੇ ਕੇ ਸਾਨੂੰ ਬਲਵਾਨ ਕਰ ਸਕਦਾ ਹੈ। ਮਨ ਨੂੰ ਕੋਈ ਮਨੋਵਿਗਿਆਨਿਕ ਚੰਗਾ ਵਿਚਾਰਕ ਟ੍ਰੇਨ ਕਰ ਸਕਦਾ ਹੈ, ਪਰ ਚੇਤਾ ਰੱਖਣਾ ਆਤਮਾ ਨੂੰ ਕੌਣ ਬਲਵਾਨ ਕਰੇਗਾ? ਆਤਮਾ ਨੂੰ ਕਿਰਪਾ ਦੇ ਸਦਕੇ ਬਲ ਮਿਲੇਗਾ। ਇਸ ਕਰਕੇ ਕਿਰਪਾ ਪ੍ਰਾਪਤ ਹੁੰਦੀ ਨਾ ਤੇ ਤਨ 'ਤੇ ਪ੍ਰਗਟ ਹੁੰਦੀ, ਅਤੇ ਕਿਰਪਾ ਪ੍ਰਾਪਤ ਹੁੰਦੀ ਨਾ ਛੇਤੀ ਮਨ 'ਤੇ ਪ੍ਰਗਟ ਹੁੰਦੀ। ਮੰਗ ਸਾਰਿਆਂ ਦੀ ਹੈ, ਔਰ ਖ਼ਾਸ ਕਰਕੇ ਗੁਰੂ ਨਾਨਕ ਬਾਣੀ ਦੀ ਮੰਗ ਹੈ। ਜਗਤ ਗੁਰੂ ਨਾਨਕ ਸਾਹਿਬ ਨੇ ਸਾਨੂੰ ਰੋਕੇ ਇੱਥੇ ਕਿ ਮੰਗ ਕਿਰਪਾ, ਰੋਗ ਗੁਰ ਪ੍ਰਸਾਦ ਹੀ ਮੰਗ। ਇਹ ਕਰਤਾ ਪੁਰਖ ਦਾ ਜੋ ਸਰੂਪ ਮੂਲ ਮੰਤਰ ਦੇ ਵਿੱਚ ਹੈ, ਉਹ ਤੈਨੂੰ ਪ੍ਰਾਪਤ ਹੀ ਕਿਰਪਾ ਕਰਕੇ ਹੋਏਗਾ। ਉਹ ਦਲੀਲਾਂ ਕਰਕੇ, ਮਨ ਕਰਕੇ ਨਹੀਂ ਮਿਲੇਗਾ, ਆਤਮਾ ਕਰਕੇ। ਇਸ ਕਰਕੇ ਸਾਨੂੰ ਇੱਥੇ ਕਿਹਾ ਅੱਜ ਹਰ ਕਿਰਪਾ ਕਰ, ਮੇਰੇ 'ਤੇ ਕਿਰਪਾ ਕਰ। ਕੀ ਚਾਹੀਦਾ ਤੈਨੂੰ? ਮਹਾਰਾਜ ਸਤਿਗੁਰੂ ਮੇਲ। ਇਹ ਅਕਾਲ ਪੁਰਖ ਵਾਹਿਗੁਰੂ ਮੇਰੇ 'ਤੇ ਕਿਰਪਾ ਕਰ ਦਿਓ, ਮੈਨੂੰ ਸਤਿਗੁਰੂ ਮਿਲਾ ਦਿਓ। ਹਰ ਕਿਰਪਾ ਕਰ, ਸਤਿਗੁਰੂ ਮੇਲ। ਸਤਿਗੁਰੂ ਕੀ ਦਿੰਦਾ ਤੈਨੂੰ? ਸੁਖਦਾਤਾ ਹੈ। ਸਤਿਗੁਰੂ ਸੁਖਦਾਤਾ ਹੈ ਨਾ, ਸਰਬ ਸੁੱਖਾਂ ਕਾ ਦਾਤਾ ਸਤਿਗੁਰ। ਅਸੀਂ ਕਹਿੰਦੇ ਨਾ ਸਤਿਗੁਰੂ ਸੁਖਦਾਤਾ ਹੈ, ਔਰ ਅਸੀਂ ਸੁਖਦਾਤੇ ਦੇ ਆਖਰੀ ਅਰਥ ਕਰਕੇ ਅਸੀਂ ਇੰਨੇ ਕੁ ਸਰਕਲ 'ਚ ਘੁੰਮ ਗਏ ਹਾਂ। ਸਤਿਗੁਰੂ ਸੁਖਦਾਤਾ ਹੈ। ਹਾਂ, ਘਰ ਬੱਚਿਆਂ 'ਚ ਕਿਸੇ ਪ੍ਰਕਾਰ ਦੀ ਕੋਈ ਪ੍ਰੋਬਲਮਸ ਆਈ, ਅਸੀਂ ਸਤਿਗੁਰੂ ਕਾਏ ਸੁੱਖ ਮਿਲ ਗਿਆ। ਕਾਰ ਵਿਹਾਰ ਵਪਾਰ 'ਚ ਕੋਈ ਪ੍ਰੋਬਲਮ ਆਈ, ਅਸੀਂ ਸਤਿਗੁਰੂ ਕਾਏ ਸੁੱਖ ਮਿਲ ਗਿਆ। ਤਨ 'ਤੇ ਕੋਈ ਪ੍ਰੋਬਲਮ ਆਈ, ਅਸੀਂ ਸਤਿਗੁਰੂ ਕਾਏ ਸੁੱਖ ਮਿਲ ਗਿਆ। ਅਸੀਂ ਇਹ ਤੋਂ ਅੱਗੇ ਜਾ ਹੀ ਨਹੀਂ ਪਾਏ ਕਿ ਕੋਈ ਮਨ ਦਾ ਸੁੱਖ ਵੀ ਹੋ ਸਕਦਾ, ਕੋਈ ਆਤਮ ਦਾ ਸੁੱਖ ਵੀ, ਕਿਉਂਕਿ ਅਸੀਂ ਪਹਿਲੇ ਪੜਾਵ 'ਤੇ ਖੇਡਣ ਵਾਲੇ, ਪਹਿਲੇ ਦੌਰ 'ਚ ਗੁਜ਼ਰਨ ਵਾਲੇ, ਇੰਨੇ 'ਚ ਰਹਿ ਕੇ ਸਤਿਗੁਰੂ ਸੁਖਦਾਤਾ ਹੈ, ਸਤਿਗੁਰੂ ਸੁੱਖ ਦਿੰਦਾ ਹੈ। ਅਸੀਂ ਇੰਨੇ ਕੁ ਕਹਾਣੀ ਵਿੱਚ ਸੀਮਿਤ ਰਹਿ ਗਏ, ਔਰ ਯਕੀਨਨ ਮਿਲਦਾ ਹੈ। ਸੰਸਾਰ ਮੰਨ ਰਿਹਾ ਮੈਨੂੰ ਸਤਿਗੁਰੂ ਮੇਲ, ਸੁਖਦਾਤਾ ਹੈ। ਸਤਿਗੁਰੂ ਮਿਲ ਗਿਆ ਤੇ ਫਿਰ ਕੀ ਕਰੇਗਾ? ਜੇ ਕਿਤੇ ਪਾਵਨ ਬਾਣੀ ਇਸ ਤਰ੍ਹਾਂ ਪੜ੍ਹ ਸਕੀਏ, ਸਤਿਗੁਰੂ ਮਿਲ ਗਿਆ ਤੇ ਫਿਰ ਕੀ ਕਰੇਗਾ? ਹਮ ਪੁੱਛੇਂ ਸਤਿਗੁਰੂ ਪਾਸ। ਮੈਂ ਪੁੱਛਾਂਗਾ ਸਤਿਗੁਰੂ ਕੋਲੋਂ। ਸਤਿਗੁਰੂ ਤੋਂ ਕੀ ਪੁੱਛੇਗਾ? ਹਰ ਬਾਤਾਂ। ਮੈਂ ਸਤਿਗੁਰੂ ਤੋਂ ਰੱਬ ਦੀਆਂ ਗੱਲਾਂ ਪੁੱਛਾਂਗਾ। ਮਜ਼ੇ ਦੀ ਗੱਲ, ਕਹਿ ਵੀ ਰੱਬ ਜੀ ਨੂੰ ਕਰੇ, ਵਾਹਿਗੁਰੂ ਜੀ ਮੈਨੂੰ ਸਤਿਗੁਰੂ ਮਿਲ, ਸਤਿਗੁਰੂ ਨੂੰ ਮਿਲ ਕੇ ਫਿਰ ਤੇਰੀਆਂ ਗੱਲਾਂ ਪੁੱਛਾਂਗਾ। ਬਸ ਇਹੀ ਤੇ ਰਹੱਸ ਹੈ ਕਿ ਉਸੇ ਦੀ ਕਿਰਪਾ ਦੇ ਨਾਲ ਸਤਿਗੁਰੂ ਮਿਲਣੇ ਨੇ, ਅਤੇ ਸਤਿਗੁਰੂ ਮਿਲੇ ਤੇ ਫਿਰ ਉਹਦੀਆਂ ਗੱਲਾਂ ਤੇ ਹੋਣੀਆਂ ਨੇ। ਸਾਨੂੰ ਹੁਕਮ ਹੈ ਨਾ, ਉਸਤਤ ਕਰਿਆ ਕਰੀਏ, ਸਿਮਰਨ ਕਰਿਆ ਕਰੀਏ, ਜਪ ਕਰਿਆ ਕਰੀਏ। ਕਿਹਦਾ ਜਪ ਕਰੀਏ? ਵਾਹਿਗੁਰੂ ਦਾ। ਉਸਤਤ ਕਿਹਦੇ ਕਰੀ? ਵਾਹਿਗੁਰੂ ਦੀ। ਯਾਦ ਕਿਹਨੂੰ ਕਰੀ? ਵਾਹਿਗੁਰੂ ਨੂੰ। ਗੱਲਾਂ ਕਿਹਦੀਆਂ ਕਰੀ? ਵਾਹਿਗੁਰੂ ਜੀ ਦੀਆਂ। ਗੱਲਾਂ ਸਾਰਾ ਦਿਨ ਵਾਹਿਗੁਰੂ ਦੇ ਕਰੀ। ਗੁਰੂ ਨਾਨਕ ਸਾਹਿਬ ਦੀ ਗਾਥਾ ਅਸੀਂ ਪੜ੍ਹੀ ਸੁਣੀ, ਜਨਮ ਸਾਖੀ 'ਚ ਹੋਣੀ ਹੈ ਕਿ ਮਹਾਰਾਜ ਇੱਕ ਸੇਵਕ ਨੂੰ ਮਿਲਦੇ ਨੇ, ਅਤੇ ਮਹਾਰਾਜ ਕਹਿੰਦੇ ਭਾਈ ਤੂੰ ਕੀ ਕਾਰ ਵਿਹਾਰ ਕਰਦਾ? ਕਹਿਣ ਲੱਗਾ ਜੀ ਪਾਂਡੀ ਆ।
ਪਾਂਡੀ ਤੋਂ ਅੱਜ ਜਿਵੇਂ ਆਪਾਂ ਕੁੱਲੀ ਕਹਿੰਦੇ ਨੇ ਪਹਾੜੇ 'ਤੇ ਭਾਰ ਚੁੱਕ ਕੇ ਦੂਰ ਦਰਾਡੇ ਲੈ ਜਾਣਾ, ਉਦੋਂ ਕਾਰ ਵਿਹਾਰ ਕਰਨ ਲੋਕ ਜਾਂਦੇ, ਆਪਣਾ ਸਮਾਂ ਦੁੱਗਣਾ ਹੋ ਜਾਂਦਾ ਅਤੇ ਭਾਈ ਇੱਕ ਨੂੰ ਪਾਂਡੀ ਕਰ ਲੈਂਦੇ, ਉਹ ਪੰਡ ਚੁੱਕ ਕੇ ਚੱਲਦਾ। ਮਹਾਰਾਜ ਕਹਿਣ ਲੱਗੇ ਫਿਰ ਪਾਂਡੀ ਹੈ ਅਤੇ ਭਾੜਾ ਵੀ ਤੈਅ ਕਰਦਾ ਹੋਵੇਗਾ? ਕਹਿਣ ਲੱਗੇ ਬਿਲਕੁਲ ਜੀ। ਕਿਸ ਤਰ੍ਹਾਂ ਤੈਅ ਕਰਦਾ ਮਹਾਰਾਜ? ਉਹ ਪੰਡ ਦਾ ਵਜ਼ਨ ਅਤੇ ਦੂਰੀ, ਕਿਤਨਾ ਸਮਾਂ ਲੱਗਣਾ ਹੈ, ਕਿਤਨਾ ਕੁ ਵਜ਼ਨ, ਉਸ ਹਿਸਾਬ ਨਾਲ ਕਰੀਦਾ। ਮਹਾਰਾਜ ਕਹਿਣ ਲੱਗੇ ਫਿਰ ਇੱਕ ਕੰਮ ਕਰਿਆ ਕਰ, ਜੇ ਤੂੰ ਕਹਿਣਾ ਕਿ ਮੇਰੇ ਕੋਲ ਸਵੇਰੇ ਸ਼ਾਮ ਸਤਸੰਗਤ ਵਿੱਚ ਆਉਣ ਦਾ ਸਮਾਂ ਨਹੀਂ ਹੁੰਦਾ, ਕਿਉਂਕਿ ਪਤਾ ਨਹੀਂ ਕਦੋਂ ਪਾਂਡੀਆਂ ਨੇ ਬੁਲਾ ਲੈਣਾ, ਕਦੋਂ ਕੀ ਹਿਸਾਬ ਕਿਤਾਬ ਵਰਤਣਾ ਹੈ, ਤੇ ਇੰਝ ਕਰਿਆ ਕਰ, ਜਦੋਂ ਕਿਸੇ ਨਾਲ ਭਾੜਾ ਤੈਅ ਕਰਿਆ ਕਰੇਗਾ ਨਾ, ਅਤੇ ਭਾੜਾ ਤੈਅ ਕਰਨ ਦੇ ਨਾਲ ਇੱਕ ਚੇਤਾ ਰੱਖੀ, ਜਿਤਨਾ ਸਮਾਂ ਸਫ਼ਰ ਕਰਨਾ ਉਸ ਬੰਦੇ ਨਾਲ ਗੱਲਾਂ ਕਰਨੀਆਂ ਨਾ। ਕਹਿਣ ਲੱਗੇ ਹਾਂ ਗੱਲਾਂ ਤਾਂ ਕਰਦੇ ਹੀ ਰਹਿੰਦੇ ਆ। ਕਹਿਣ ਲੱਗੇ ਫਿਰ ਰੱਬ ਦੀਆਂ ਗੱਲਾਂ ਕਰਿਆ ਕਰੀ, ਉਹਨੂੰ ਕਹਿ ਦਿਆ ਕਰ ਕਿ ਭਾਈ ਪੰਡ ਤੇਰੀ ਚੁੱਕ ਲਾਂਗਾ, ਟਿਕਾਣੇ ਪਹੁੰਚਾ ਦਿਆਂਗਾ, ਜਿਤਨਾ ਚਿਰ ਤੂੰ ਨਾਲ ਚੱਲੇਗਾ ਮੇਰੇ ਨਾਲ ਦੁਨੀਆ ਦੀ ਨਿੰਦਾ ਚੁਗਲੀ ਦੀ ਗੱਲ ਨਹੀਂ ਕਰੇਗਾ। ਤੇ ਕੀ ਗੱਲ ਕਰੇਗਾ? ਫਿਰ ਚੁੱਪ ਕਰਕੇ ਜਾਏਗਾ? ਨਹੀਂ, ਰੱਬ ਦੀ ਗੱਲ ਤੈਨੂੰ ਆਉਂਦੀ ਹੈ, ਕੋਈ ਸਤਸੰਗਤ ਦੀ ਕਥਾ ਕਹਾਣੀ ਤੈਨੂੰ ਆਉਂਦੀ ਤੇ ਸੁਣਾ ਦੇ, ਨਹੀਂ ਤੇ ਭਾਈ ਜਿੰਨਾ ਕੋ ਮੈਨੂੰ ਪਤਾ ਮੈਂ ਸੁਣਾਈ ਜਾਣਾ। ਬਸ ਦੋ ਹੀ ਗੱਲਾਂ ਕਰਨੀਆਂ, ਰੱਬ ਦੀ ਉਸਤਤ ਕਰਨੀ ਹੈ। ਬਸ ਯਾਦ ਰੱਖਣਾ, ਇਹ ਉਸ ਪਾਂਡੀ ਨੂੰ ਨਹੀਂ ਕਿਹਾ, ਅਸੀਂ ਸਾਰੇ ਪਾਂਡੀ ਹਾਂ, ਆਪਣੇ ਘਰ ਦੀ ਪੰਡ ਚੁੱਕੀ ਜਾ ਰਹੇ ਹਾਂ, ਆਪਣੇ ਪਰਿਵਾਰ ਦੀ ਪੰਡ ਚੁੱਕੀ ਅਸਾਂ ਸਿਰਾਂ 'ਤੇ ਜਾ ਰਹੇ ਹਾਂ। ਇਹ ਸਫ਼ਰ ਕਰਦਿਆਂ ਕਰਦੇ ਕੀ ਅਸੀਂ? ਭਾੜਾ ਤਾਂ ਅਸੀਂ ਤੈਅ ਕਰ ਲਿਆ, ਮੈਨੂੰ ਇੰਨੀ ਮਜ਼ਦੂਰੀ ਚਾਹੀਦੀ ਹੈ, ਮੈਨੂੰ ਇੰਨੀ ਤਨਖਾਹ ਚਾਹੀਦੀ, ਮੈਨੂੰ ਇੰਨਾ ਖਰਚਾ ਚਾਹੀਦਾ ਹੈ, ਭਾੜਾ ਤਾਂ ਸਾਡਾ ਤੈਅ ਹੈ। ਪਰ ਇਹ ਪੰਡ ਚੁੱਕ ਕੇ ਅਸੀਂ ਕਰਦੇ ਕੀ ਹਾਂ? ਜਦੋਂ ਵੀ ਅਸੀਂ ਸਫ਼ਰ ਕਰਦੇ ਜ਼ਿੰਦਗੀ ਦਾ, ਕਦੇ ਆਪਣੇ ਆਪ ਨੂੰ ਦੇਖਣਾ, ਅਸੀਂ ਦੋ ਮਿੱਤਰ, ਦੋ ਭੈਣ ਭਰਾ, ਪਤੀ ਪਤਨੀ ਕਿਸੇ ਕਾਰ 'ਚ 2 ਘੰਟੇ ਵਾਸਤੇ ਸਫ਼ਰ ਕਰਦੇ ਹਾਂ, ਉਦੋਂ ਸਾਡੇ ਸਫ਼ਰ ਦੀਆਂ ਗੱਲਾਂ ਕੀ ਹੁੰਦੀਆਂ? ਅਤੇ ਬਹੁਤਾਤ ਵਿੱਚ ਸਾਡੇ ਸਫ਼ਰ ਦੇ ਵਿੱਚ ਗੱਲਾਂ ਦੂਜਿਆਂ ਦੀਆਂ ਆਉਂਦੀਆਂ ਨੇ, ਲੋਕਾਂ ਦੀਆਂ ਆਉਂਦੀਆਂ, ਰਾਜਨੀਤੀ ਦੀਆਂ ਆਉਂਦੀਆਂ ਨੇ, ਸਮਾਜ ਦੀਆਂ ਆਉਂਦੀਆਂ ਨੇ, ਜੇ ਪਰਿਵਾਰ ਦੇ ਜੀਆਂ ਅਤੇ ਭੈਣ ਭਰਾਵਾਂ ਦੀਆਂ ਆਉਂਦੀਆਂ ਨੇ, ਅਤੇ ਕੀ ਭੈਣ ਭਰਾਵਾਂ ਦੀ ਤਾਰੀਫ ਕਰ ਰਹੇ ਹੁੰਦੇ ਆ? ਬਹੁਤਾਤ ਵਿੱਚ ਇੱਕ ਦੂਜੇ ਦੀਆਂ ਸ਼ਿਕਾਇਤਾਂ ਅਤੇ ਚੁਗਲੀਆਂ ਅਤੇ ਸ਼ਿਕਵੇ ਹੁੰਦੇ ਨੇ। ਦੇਖੋ ਜੀ ਮੈਂ ਉਹਦੇ ਨਾਲ ਇਹ ਕੀਤਾ, ਉਹਨੇ ਮੇਰੇ ਨਾਲ ਨਹੀਂ ਕੀਤਾ। ਸ਼ਿਕਾਇਤ ਅਤੇ ਸ਼ਿਕਵੇ ਬਹੁਤੇ ਹੁੰਦੇ ਨੇ, ਚੁਗਲੀਆਂ ਬਹੁਤੀਆਂ ਹੁੰਦੀਆਂ, ਨਿੰਦਾ ਬਹੁਤੀ ਹੁੰਦੀ ਹੈ। ਪਰ ਹੁਕਮ ਕੀ ਹੈ? ਆਪਣੇ 'ਤੇ ਪੜ੍ਹਿਆ ਹੋਣਾ ਨਾ, ਮਹਾਰਾਜ ਦਾ ਹੁਕਮ ਕੀ ਹੈ? ਊਠਤ ਬੈਠਤ ਸੋਵਤ ਤਿਹਾਈਐ, ਮਾਰਗ ਚਲਤ ਹਰਿ ਹਰਿ ਗਾਈਏ। ਹੁਕਮ ਤੇ ਹੈ ਵੀ ਸਫ਼ਰ ਕਰ, ਪੰਡ ਚੁੱਕੀ ਹੈ, ਉਹ ਤੇਰੀ ਕਿਰਤ ਹੈ, ਤੇਰਾ ਵਿਹਾਰ ਹੈ, ਤੇਰਾ ਕਰਤੱਵ ਹੈ, ਤੇਰੀ ਡਿਊਟੀਜ਼ ਹੈ, ਪੰਡ ਚੁੱਕ ਕੇ ਚੱਲ। ਕੇਵਲ ਉਹ ਪੰਡ ਹੀ ਨਹੀਂ, ਬਲਕਿ ਅਸੀਂ ਆਪਣੇ ਘਰ ਪਰਿਵਾਰ ਦੀ ਜ਼ਿੰਮੇਦਾਰੀ ਦੀ ਪੰਡ ਲੈ ਕੇ ਚੱਲ। ਪਰ ਮਾਰਗ ਚੱਲਦਾ ਹੋਇਆ ਗੱਲ ਰੱਬ ਦੀ ਕਰ, ਜਿਤਨੂੰ ਕੋਈ ਸਮਝ ਆ ਜਾਏ ਉਤਨੀ ਕਰ, ਨਹੀਂ ਤੇ ਦੂਜੇ ਨੂੰ ਕਹਿ ਭਾਈ ਤੂੰ ਸੁਣਾ ਦੇ। ਜਿਸ ਨੂੰ ਸੰਤ ਮਿਲੇ ਕਿ ਸੁਣੀਏ ਕਹੀਏ, ਮਿਲੇ ਅਸੰਤ ਮਸਤ ਕਰੀਏ। ਤੇ ਦੇ ਨਾਲ ਦਾ ਜੀ ਰੱਬ ਦੀ ਗੱਲ ਨਹੀਂ ਕਰ ਪਾਉਂਦਾ ਤੇ ਚੁੱਪ ਕਰਕੇ ਸਫ਼ਰ ਤੈਅ ਕਰ ਲਓ। ਸਫ਼ਰ ਤੇ ਤੈਅ ਕਰਨਾ ਹੀ ਕਰਨਾ, ਉਹ 10 ਮੀਲ 50 ਮੀਲ ਦਾ ਸਫ਼ਰ ਤੇ ਤੈਅ ਕਰਨਾ ਹੈ, ਫਿਰ ਚੁੱਪ ਕਰਕੇ ਕਰ। ਇਸ ਕਰਕੇ ਕਹਿਣ ਲੱਗੇ ਮੈਂ ਇੱਕੋ ਹੀ ਗੱਲ ਕਰਾਂ, ਰੱਬ ਦੀ ਗੱਲ ਕਰਾਂ। ਅੱਜ ਵੀ ਅਸੀਂ ਕਿਤੇ ਮਿਲੀਏ ਤੇ ਰੱਬ ਤੋਂ ਸਤਿਗੁਰ ਤੋਂ ਕੀ ਪੁੱਛੀਏ? ਸੰਗਤ ਵਿੱਚ ਆ ਕੇ ਅਸੀਂ ਕੀ ਸਵਾਲ ਕਰਦੇ ਹਾਂ? ਅਸੀਂ ਆਪਣੀਆਂ ਹਮ ਪੁੱਛੇ ਸਤਿਗੁਰ ਪਾਸ। ਅਸੀਂ ਪੁੱਛੀਏ, ਅਸੀਂ ਪੁੱਛਾਂਗੇ ਮਹਾਰਾਜ ਆਪਣੇ ਸਤਿਗੁਰੂ ਪਾਸੋਂ ਪੁੱਛੋ। ਗੁਰ ਕੀ ਪੁੱਛੋਗੇ? ਗੁਰ ਚਰਨ ਲਾਗ ਹਮ ਬਿਨਵਤਾ। ਹੇ ਸਤਿਗੁਰੂ ਮੈਂ ਆਪ ਦੇ ਚਰਨਾਂ ਤੇ ਸਿਰ ਧਰ ਕੇ ਪੁੱਛਦਾ, ਆਪ ਨਾਲ ਬੇਨਤੀ ਕਰਦਾ, ਤੁਸਾਂ ਮੈਨੂੰ ਸੰਸਾਰ ਵਿੱਚ ਜਨਮ ਕਿਉਂ ਦਿੱਤਾ ਹੈ? ਮਾਤਲੋਕ ਤੇ ਮੈਨੂੰ ਕਿਉਂ ਭੇਜਿਆ ਜੇ? ਇਹੀ ਪੁੱਛਣ। ਮਹਾਰਾਜ ਕਿਰਪਾ ਕਰੋ, ਜੇ ਭੇਜ ਦਿੱਤਾ ਜੇ ਤਿੱਥੋਂ ਵਾਪਸ ਕਿਵੇਂ ਜਾਣਾ ਹੈ? ਭੇਜ ਤੇ ਦਿੱਤਾ, ਹੁਕਮ ਹੀ ਆਏ ਆ। ਜਿਉਂ ਅਸੀਂ ਕਦੇ ਕਦੇ ਦਰਗਾਹ ਦਾ ਹੁਕਮ ਵਰਤਿਆ, ਕੱਲੇ ਆਵਹਿ ਨਾਨਕਾ। ਅਸੀਂ ਕੱਲੇ ਹੋਏ, ਖੁਸ਼ੀ ਨਾਲ ਤੇ ਆਏ ਨਹੀਂ, ਕੋਈ ਸੱਚ ਹੈ ਅਸੀਂ ਖੁਸ਼ੀ ਨਾਲ ਨਹੀਂ ਆਏ, ਸਾਡੀ ਸ਼ਾਇਦ ਆਉਣ ਦੀ ਚਾਹਤ ਵੀ ਨਹੀਂ ਹੋਵੇਗੀ। ਅਤੇ ਇੱਥੇ ਇਹੋ ਜਿਹਾ ਮਾਹੌਲ ਵੇਖਣ ਤੋਂ ਬਾਅਦ ਵਿੱਚ ਦੁਬਾਰਾ ਵੀ ਇਹੋ ਜਿਹੀ ਦੁਨੀਆ ਵਿੱਚ ਆਉਣ ਦੀ ਚਾਹਤ ਨਹੀਂ ਹੋਏਗੀ, ਪਰ ਮਜਬੂਰੀ ਫਿਰ ਆਵਾਂਗੇ, ਕਿਉਂਕਿ ਅਸੀਂ ਕਾਮਯਾਬ ਨਹੀਂ ਹੋਵਾਂਗੇ ਤੇ ਫਿਰ ਆਵਾਂਗੇ। ਜੇ ਉਹ ਪਾਰ ਹੱਦ ਨਹੀਂ ਕਰ ਪਾਏ ਤੇ ਫਿਰ ਆਉਣਾ ਪਏਗਾ। ਇਸ ਕਰਕੇ ਮੈਂ ਪੁੱਛਦਾ ਮਹਾਰਾਜ ਪਾਰ ਕਿਵੇਂ ਜਾਣਾ ਹੈ? ਮੈਂ ਪਰਲੇ ਪਾਰ ਕਿਵੇਂ ਜਾਵਾਂ? ਮੈਂ ਜ਼ਿੰਦਗੀ ਦੇ ਸਫ਼ਰ ਨੂੰ ਕਿਵੇਂ ਕਰ? ਇਹ ਸਤਿਗੁਰ ਤੋਂ ਬਾਤਾਂ ਪੁੱਛਾਂਗੇ।
ਇੱਥੇ ਗੁਰੂਦੇਵ ਕੋ ਆ ਕੇ ਆਪਣੀ ਇਸ ਸਮੱਸਿਆਵਾਂ ਦਾ ਸਮਾਧਾਨ ਕਰਾਂਗੇ। ਮਹਾਰਾਜ ਮੈਨੂੰ ਵਿਵੇਕ ਬੁੱਧੀ ਦੇ ਦਿਓ। ਮੈਂ ਸਤਿਗੁਰ ਤੋਂ ਬਾਤ ਪੁੱਛਾਂ, ਸਤਿਗੁਰ ਤੋਂ ਬਾਤ ਪੁੱਛੇ, ਹਰ ਬਾਤਾ ਰਾਮ, ਹਰ ਕੀਆਂ ਕਥਾ ਕਹਾਣੀਆਂ ਪੁੱਛਾਂ। ਤੇ ਜਦੋਂ ਮੈਨੂੰ ਹਰ ਕੀਆਂ ਕਥਾ ਕਹਾਣੀਆਂ ਸੁਣਨ ਨੂੰ ਮਿਲ ਜਾਣ, ਫਿਰ ਉਹਨਾਂ ਦੇ ਚਰਣੀ ਪੈ ਜਾਵਾਂ। ਸੁਣਦੇ ਪੜ੍ਹਦੇ ਨਾ, ਹਰ ਕੀਆਂ ਕਥਾ ਕਹਾਣੀਆਂ ਗੁਰ ਮੀਤ ਸੁਣਾਈਆਂ। ਹੁਣ ਗੁਰ ਸਤਿਗੁਰ ਤੇ ਗੁਰਮੀਤ ਕੌਣ ਹੈ? ਜੋ ਵੀ ਰੱਬ ਦੀ ਗੱਲ ਸੁਣਾਏ ਉਹ ਗੁਰਮੀਤ ਹੈ। ਜੋ ਵੀ ਕਰਤਾ ਪੁਰਖ ਵਾਹਿਗੁਰੂ ਦੀ ਗੱਲ ਸੁਣਾ ਰਿਹਾ, ਮੇਰੇ ਲਈ ਗੁਰਮੀਤ ਹੈ। ਕਿਉਂਕਿ ਗੁਰੂ ਰੱਬ ਦੀ ਗੱਲ ਸੁਣਾ ਰਹੇ ਨੇ। ਤੇ ਚੇਤਾ ਰੱਖਣਾ, ਜਦੋਂ ਵੀ ਕੋਈ ਸੱਜਣ ਮਿੱਤਰ ਭੈਣ ਭਰਾ ਰੱਬ ਦੀ ਗੱਲ ਕਰ ਰਿਹਾ ਹੋਵੇਗਾ, ਉਦੋਂ ਉੱਥੇ ਗੁਰੂ ਹੀ ਵਰਤ ਰਿਹਾ ਹੋਏਗਾ। ਕਿਉਂਕਿ ਗੁਰੂ ਤੋਂ ਬਿਨਾਂ ਹੋਰ ਕੋਈ ਨਹੀਂ ਜੋ ਰੱਬ ਦੀ ਗੱਲ ਕਰ ਸਕੇ। ਇਹ ਠੀਕ ਹੈ, ਸਾਨੂੰ ਸਮਝ ਨਹੀਂ ਆਉਂਦਾ, ਅਸੀਂ ਇੱਕ ਦੂਜੇ 'ਤੇ ਟੀਕਾ ਟਿੱਪਣੀ ਕਰਦੇ ਰਹਿੰਦੇ ਹਾਂ। ਪਰ ਜਦੋਂ ਵੀ ਕਿਤੇ ਕੋਈ ਰੱਬ ਦੀ ਗੱਲ ਕਰ ਰਿਹਾ ਹੈ, ਕਿਤੇ ਰੱਬ ਦੀ ਚਰਚਾ ਹੋ ਰਹੀ ਹੈ, ਉੱਥੇ ਗੁਰੂ ਹੈ, ਗੁਰੂ ਹੀ ਵਰਤ ਰਹੇ ਨੇ। ਕਿਉਂਕਿ ਮਹਾਰਾਜ ਸਾਨੂੰ ਦੱਸਦੇ ਨੇ, ਅਸੀਂ ਪਾਠ ਕਰਦਿਆਂ ਪੜ੍ਹਿਆ ਹੈ, ਗੁਰਸਿੱਖਾਂ ਅੰਦਰ ਸਤਿਗੁਰ ਵਰਤੈ। ਇਹਨਾਂ ਗੁਰਸਿੱਖਾਂ ਦੇ ਅੰਦਰ ਹੀ ਸਤਿਗੁਰੂ ਵਰਤਦੇ ਨੇ। ਤੇ ਜਦੋਂ ਕਿਰਪਾ ਕਰਦੇ ਨੇ, ਉਦੋਂ ਇਹਨਾਂ ਗੁਰਸਿੱਖਾਂ ਦੇ ਸਦਕੇ ਹੀ ਸਿੱਖਿਆ ਦਿੰਦੇ ਨੇ। ਅੱਜ ਤੱਕ ਜਿਤਨੀ ਵੀ ਸਾਨੂੰ ਸਿੱਖਿਆ ਮਿਲੀ ਹੈ, ਵਡੇਰਿਆਂ ਤੋਂ ਮਿਲੀ ਹੈ ਨਾ। ਹੋ ਸਕਦਾ ਕਦੇ ਛੋਟਿਆਂ ਨੇ ਵੀ ਦਿੱਤੀ ਹੋਵੇ, ਪਰ ਸਿੱਖਿਆ ਆਖਰ ਕਿਸੇ ਮਨੁੱਖ ਤੋਂ ਹੀ ਮਿਲੀ ਹੈ ਨਾ। ਜੋ ਕੁਝ ਵੀ ਅਸੀਂ ਸਿੱਖਿਆ ਹੈ, ਸਿੱਧੇ ਤੌਰ 'ਤੇ ਜੇ ਅਸੀਂ ਕਹਿ ਸਕੇ ਕਿਸੇ ਮਨੁੱਖ ਦੇ ਥਰੂ ਸਿੱਖਿਆ, ਫਿਰ ਕਿਵੇਂ ਕਹਾਂਗੇ ਮਨੁੱਖ ਗੁਰੂ ਹੈ? ਨਹੀਂ, ਉਸ ਦੇ ਰਾਹੀਂ ਗੁਰੂ ਨੇ ਕਿਰਪਾ ਕੀਤੀ ਅਤੇ ਉਸ ਮਨੁੱਖ ਦੇ ਥਰੂ ਸਾਨੂੰ ਕੁਝ ਸਿੱਖਣ ਨੂੰ ਪ੍ਰਾਪਤ ਹੋਇਆ। ਕੀਰਤਨ ਵੀ ਸਿੱਖਿਆ ਅਤੇ ਕਿਸੇ ਮਨੁੱਖ ਦੇ ਥਰੂ ਸਿੱਖਦੇ ਆ। ਕਿਉਂਕਿ ਇਹ ਸਰੀਰ ਕਰਤੇ ਪੁਰਖ ਦਾ ਇੱਕ ਵਾਹਨ ਹੈ। ਇਹਦੇ ਵਿੱਚ ਕਰਤੇ ਨੇ ਆਪਣੀ ਜੋਤ ਰੱਖੀ ਹੈ, ਔਰ ਇਹਦੇ ਸਦਕੇ ਹੀ ਆਪਣੇ ਪਿਆਰਿਆਂ ਦੇ ਵਿੱਚੋਂ ਵਰਤ ਰਹੇ ਨੇ। ਪਾਤਸ਼ਾਹ ਦਸ਼ਮੇਸ਼ ਜੀ ਦਾ ਇੱਕ ਬਚਨ ਜੋ ਭਾਈ ਸਾਹਿਬ ਭਾਈ ਨੰਦ ਲਾਲ ਜੀ ਦੇ ਨਾਲ ਸਾਂਝਾ ਕੀਤਾ, ਉਹ ਅਕਸਰ ਰਹਿਤਨਾਮਿਆਂ ਦੇ ਵਿੱਚ ਪੜ੍ਹਿਆ ਜਾਂਦਾ ਹੈ। ਜਦੋਂ ਮਹਾਰਾਜ ਨੂੰ ਪੁੱਛਿਆ ਗਿਆ ਕਿ ਮਹਾਰਾਜ ਆਪ ਜੀ ਨੇ ਹੁਣ ਹੁਕਮ ਕਰਤੇ ਕਿ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਤੇ ਅਸੀਂ ਆਪ ਜੀ ਦੇ ਨਾਲ ਹੁਣ ਤੱਕ ਦੇ ਬਚਨ ਸਾਂਝੇ ਕਰ ਲੈਂਦੇ ਸਾਂ। ਜਦੋਂ ਕਿਤੇ ਲੋੜ ਪੈਂਦੀ ਸੀ ਆਉਂਦੇ ਸਾਂ, ਆਪ ਨਾਲ ਸਿੱਧੇ ਬੋਲ ਕੇ ਬਚਨ ਸਾਂਝੇ ਕਰ ਲੈਂਦੇ ਸਾਂ। ਪਰ ਆਪ ਜੀ ਨੇ ਸਰੀਰ ਦਾ ਤੇ ਓਹਲਾ ਕਰ ਲੈਣਾ ਹੈ, ਤੇ ਉਸ ਤੋਂ ਬਾਅਦ ਵਿੱਚ ਕੀ ਕਰਾਂਗੇ? ਤੇ ਉਸ ਵਕਤ ਮਹਾਰਾਜ ਨੇ ਕਿਹਾ ਸੀ, ਨੰਦ ਲਾਲ ਹੁਣ ਤੇ ਮੈਂ ਇੱਕ ਸਰੂਪ 'ਚ ਹੀ ਵਰਤ ਰਿਹਾ ਨਾ, ਪਰ ਅਸਲੀਅਤ ਵਿੱਚ ਮੇਰੇ 3 ਸਰੂਪ ਨੇ। ਨੰਦ ਲਾਲ ਜੀ ਦਾ ਰਹਿਤਨਾਮਾ ਕਿਤੇ ਖੁਲਾਸੇ 'ਚ ਪੜ੍ਹਨਾ, ਮਹਾਰਾਜ ਕਹਿਣ ਲੱਗੇ, ਨੰਦ ਲਾਲ ਮੇਰੇ 3 ਰੂਪ ਨੇ। ਇੱਕ ਰੂਪ ਮੇਰਾ ਨਿਰਗੁਣ ਹੈ, ਉਹ ਮੈਂ ਹਰ ਥਾਂ 'ਤੇ ਹਰ ਵਕਤ ਵਿਆਪਕ ਹਾਂ। ਦੂਸਰਾ ਰੂਪ ਗ੍ਰੰਥ ਜੀ ਜਾਨ, ਦੂਸਰਾ ਰੂਪ ਮੇਰਾ ਗ੍ਰੰਥ ਜੀ ਹੈ। ਔਰ ਜੇ ਕਿਤੇ ਅਸੀਂ ਸਮਝ ਮੰਨ ਸਕੀਏ, ਕਹਿਣ ਲੱਗੇ ਦਾ ਅੱਖਰ ਅੱਖਰ ਮੇਰਾ ਰੋਮ ਰੋਮ ਹੈ। ਦੂਸਰਾ ਰੂਪ ਗ੍ਰੰਥ ਜੀ ਜਾਨ, ਇਹਦਾ ਅੱਖਰ ਅੱਖਰ ਇੰਜ ਸਮਝ ਕਿ ਮੇਰਾ ਰੋਮ ਰੋਮ ਹੈ। ਇਸੇ ਕਰਕੇ ਜੋ ਮਾਨੀਓ ਮੁਕਾਮ 'ਤੇ ਪਹੁੰਚ ਜਾਂਦੇ ਨੇ, ਉਹ ਇਸ ਗੱਲਾਂ ਨੂੰ ਉੱਚਾ ਉਠਾ ਲੈਂਦੇ ਨੇ। ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਾਨੀਓ ਅਤੇ ਪ੍ਰਗਟ ਗੁਰਾਂ ਕੀ ਦੇਹ ਨੂੰ ਪ੍ਰਾਪਤ ਕੀਤਾ। ਉਹਨਾਂ ਨੇ ਦਰਸ਼ਨ ਵੀ ਕੀਤੇ ਨੇ, ਉਹਨਾਂ ਦੇ ਅਹਿਸਾਸ ਨੂੰ ਵੀ ਮਾਣਿਆ। ਅਸਾਂ ਤਾਂ ਐਸਾ ਅਹਿਸਾਸ ਵੀ ਲਿਆ ਗੁਰਮੁਖਾਂ ਦੇ ਜੀਵਨ 'ਚੋਂ, ਭਾਈ ਸਾਹਿਬ ਭਾਈ ਵੀਰ ਸਿੰਘ ਦੇ ਜੀਵਨ 'ਚੋਂ, ਕਿ ਜੇ ਪੋਥੀ ਦੇ ਉੱਤੇ ਵਜ਼ਨ ਰੱਖਿਆ ਤਾਂ ਦਿਲ 'ਤੇ ਭਾਰ ਪੈਂਦਾ। ਕਿਤੇ ਅਸੀਂ ਆਪਣੇ ਘਰਾਂ 'ਚ ਐਸਾ ਦੇਖਿਆ ਹੋਣਾ। ਸਾਰਿਆਂ ਦੇ ਘਰਾਂ 'ਚ ਪੋਥੀ ਸਾਹਿਬਾਨ ਹੋਣਗੇ ਨਾ, ਪਾਠ ਕਰਨ ਵਾਸਤੇ ਸੰਥਿਆ ਪੋਥੀਆਂ, ਗੁਰਬਾਣੀ ਕੀ ਹੋਰ ਪੋਥੀਆਂ। ਅਤੇ ਸ਼ਾਇਦ ਅਸੀਂ ਕਿਵੇਂ ਰੱਖਦੇ ਹਾਂ? ਆਪਣੇ ਘਰਾਂ 'ਚ ਕਦੇ ਦੇਖ ਲੈਣਾ, ਗੁਟਕੇ ਸਾਹਿਬ ਅਤੇ ਪੋਥੀਆਂ ਨੂੰ ਅਸੀਂ ਕਿਵੇਂ ਸਾਂਭ ਕੇ ਰੱਖਿਆ। ਅਤੇ ਸਾਖੀਆਂ 'ਚੋਂ ਤਾਂ ਮਿਲਦਾ ਕਿ ਕਿਸੇ ਨੇ ਪੋਥੀ ਦੇ ਉੱਪਰ ਕੋਈ ਵਜ਼ਨ ਰੱਖ ਦਿੱਤਾ ਅਤੇ ਕਹਿੰਦੇ ਨਾ, ਤਾਂ ਮੇਰੀ ਰੂਹ 'ਤੇ ਆਤਮਾ 'ਤੇ ਵਜ਼ਨ ਹੈ। ਕੋਈ ਡਾਕਟਰੀ ਭੇਤ ਨਹੀਂ ਮਿਲਦਾ ਅਤੇ ਕੀ ਪਤਾ ਲੱਗਦਾ ਕਿ ਪੋਥੀ 'ਤੇ ਵਜ਼ਨ ਰੱਖਿਆ ਹੋਇਆ। ਇਹਦੀ ਆਤਮਾਕਾਰ ਹੈ, ਆਤਮ ਪੱਧਰ ਜੁੜਿਆ ਹੋਇਆ। ਪਰ ਅਸਾਂ ਤੋਂ ਸਾਨੂੰ ਕੀ ਫਰਕ ਪੈਂਦਾ? ਕਿਉਂਕਿ ਅਸੀਂ ਤਾਂ ਪਹਿਲੇ ਅਸੀਂ ਸਮੁੰਦਰ ਦੇ ਕਿਨਾਰੇ ਸਿੱਪੀਆਂ ਨਾਲ ਖੇਡਣ ਵਾਲੇ, ਗੁੱਟੀਆਂ ਨਾਲ ਖੇਡਣ ਵਾਲੇ, ਸਾਨੂੰ ਕੀ ਫਰਕ ਪੈਂਦਾ? ਪਰ ਮਹਾਰਾਜ ਨੰਦ ਲਾਲ ਨੂੰ ਕਿ ਨੰਦ ਲਾਲ ਦੂਸਰਾ ਰੂਪ ਮੇਰਾ ਗ੍ਰੰਥ ਜੀ ਜਾਣ। ਇਸ ਦੂਸਰੇ ਰੂਪ ਦਾ ਅੱਖਰ ਅੱਖਰ ਮੇਰਾ ਰੋਮ ਰੋਮ ਹੈ। ਜਿਵੇਂ ਇੱਕ ਰੋਮ ਨੂੰ ਪੁੱਟ ਦਿਓ ਤੇ ਪੀੜਾ ਹੁੰਦੀ ਹੈ ਨਾ, ਜਿਵੇਂ ਅੱਖਰ ਨੂੰ ਵੱਧ ਘੱਟ ਕਰੋ ਤੇ ਮੈਨੂੰ ਪੀੜਾ ਹੁੰਦੀ ਹੈ। ਉਹ ਸਾਖੀ ਵੀ ਸੁਣੀ ਹੋਣੀ ਆ ਕਿ ਸਿੱਖ ਪੜ੍ਹ ਰਹੇ ਹੈ ਗਲਤੀ ਦੇ ਨਾਲ, ਅੱਖਰ ਮਾਤਰਾ ਵੱਧ ਘੱਟ ਕਰਕੇ ਮਾਤਰਾ ਵਧਾ ਰਹੇ ਹੈ, ਅਰਥ ਦਾ ਭੇਦ ਬਦਲ ਰਿਹਾ ਹੈ।
ਤੇ ਮਹਾਰਾਜ ਨੇ ਸਿੱਖ ਨੂੰ ਜਾ ਕੇ ਕਿਹਾ ਚਪੇੜ ਮਾਰ ਉਹਦੇ ਰੱਖ ਕੇ। ਉਹਨੇ ਚਪੇੜ ਮਾਰੀ। ਉਹਨੇ ਸ਼ਿਕਾਇਤ ਕੀਤੀ, ਮਹਾਰਾਜ ਮੈਂ ਤੇ ਬਾਣੀ ਪੜ੍ਹਦਾ ਪਿਆ ਸਾਂ। ਬਾਣੀ ਪੜ੍ਹਦੇ ਉਹਨੂੰ ਚਪੇੜ ਮਾਰੀ ਹੈ। ਕਹਿਣ ਲੱਗੇ ਤੂੰ ਜੋ ਗੁਰੂ ਨੂੰ ਚੋਟਾਂ ਪਹੁੰਚਾ ਰਿਹਾ ਸੀ ਉਹਦਾ ਕੀ ਕਰੇਂਗਾ? ਤੈਨੂੰ ਇੱਕ ਥੱਪੜ ਪਿਆ ਹੈ ਤੇ ਤੂੰ ਪਰੇਸ਼ਾਨ ਹੋ ਕੇ ਮੇਰੇ ਤੱਕ ਆ ਗਏ ਹੈ ਕਿ ਮਹਾਰਾਜ ਮੈਨੂੰ ਚਪੇੜ ਮਾਰੀ, ਮੈਂ ਬਾਣੀ ਪੜ੍ਹਦਾ ਸੋ ਓਂਕਾਰ ਦੀ। ਤੇ ਜੇ ਤੂੰ ਓਂਕਾਰ ਬਾਣੀ ਪੜ੍ਹਦੇ ਅੱਖਰ ਭੰਗ ਕਰ ਰਿਹਾ ਹੈ ਦਾ ਅਰਥ ਹੀ ਬਦਲੀ ਜਾ ਰਿਹਾ ਹੈ ਤੇ ਉਹਦੇ ਚੋਟਾਂ ਤੂੰ ਸਿੱਧੇ ਤੌਰ ਤੇ ਗੁਰੂ ਨੂੰ ਪਾ ਰਹੇ ਹੈ, ਤੂੰ ਉਹਦਾ ਜਵਾਬ ਕੌਣ ਦੇਵੇਗਾ? ਨੰਦ ਲਾਲ ਠਹਿਰ ਕੇ ਕਹਿਣ ਲੱਗੇ ਮਹਾਰਾਜ ਫਿਰ ਕੀ ਕਰੀਏ? ਕਹਿਣ ਲੱਗੇ ਜੋ ਮਮ ਸਾਥ ਚਾਹੇ ਕਹਿ ਬਾਤ, ਗ੍ਰੰਥ ਜੀ ਪੜ੍ਹੈ ਵਿਚਾਰੈ ਸਾਥ। ਵਿਚਾਰ ਦੇ ਨਾਲ ਪੜ੍ਹੀਏ, ਕਿਤੇ ਗੱਲ ਕਰੀਏ ਮਹਾਰਾਜ ਮੈਂ ਤੁਹਾਨੂੰ ਮਿਲਣਾ ਚਾਹੁੰਦਾ, ਤੁਹਾਡੀ ਕਿਰਪਾ ਪ੍ਰਾਪਤ ਕਰਨਾ, ਕੀ ਕਰੇਗਾ? ਮਹਾਰਾਜ ਮੈਂ ਪੁੱਛਾਂਗਾ ਤੁਹਾਡੇ ਤੋਂ, ਰੱਬ ਦੀ ਗੱਲ ਦੱਸ ਦਿਓ ਨਾ ਕੋਈ। ਮੈਂ ਤੁਹਾਡੇ ਕੋਲ ਆ ਕੇ ਬੈਠ ਗਿਆ, ਮਹਾਰਾਜ ਪੁੱਛੋ ਨਾ। ਔਰ ਦੱਸਿਆ ਕਿ ਉਹਦੇ 'ਚ ਆ ਕੇ ਨਤਮਸਤਕ ਹੋ ਕੇ ਇਸ਼ਨਾਨ ਪਾਨ ਕਰਕੇ ਤਿਆਰ ਬਰ ਤਿਆਰ ਜਿਹਨੂੰ ਅਸੀਂ ਕਹਿੰਦੇ ਹੋ ਕੇ ਹਜ਼ੂਰੀ ਆ ਕੇ ਮੱਥਾ ਟੇਕ ਕੇ ਬਹਿ ਜਾਓ। ਅਸੀਂ ਤਾਂ ਉਸ ਮੁਕਾਮ ਨੂੰ ਹਾਸਿਲ ਨਹੀਂ ਕਰ ਪਏ, ਅਸੀਂ ਤਾਂ ਆਪਣੇ ਆਪਣਾ 'ਚ ਰਹਿ ਜਾਂਦੇ ਹਾਂ। ਮਹਾਰਾਜ ਕਹਿਣ ਲੱਗੇ ਆ ਕੇ ਬੈਠ ਕੇ ਫਿਰ ਧਿਆਨ ਦੇ ਨਾਲ ਇਹ ਮੰਨ ਕੇ ਕਿ ਮੈਂ ਗੁਰੂ ਕੀ ਹਜ਼ੂਰ 'ਚ ਬੈਠਾ ਹੈ, ਫਿਰ ਸੁਣ ਕੀਰਤਨ, ਫਿਰ ਵਿਵੇਕ ਬੁੱਧੀ ਆਤਮ ਰਸ ਨਾ ਮਿਲੇ ਤੇ ਫਿਰ ਕਹਿ। ਪਰ ਅਸੀਂ ਸੁਣਵਾਣ ਨਹੀਂ ਪਾਉਂਦੇ ਕਿਉਂਕਿ ਅਸੀਂ ਇੱਥੇ ਪਹੁੰਚ ਨਹੀਂ ਪਾਉਂਦੇ। ਅਸੀਂ ਮਾਰਤ ਵਿੱਚ ਹੁੰਦੇ ਹਾਂ, ਗੁਰੂ ਕੀ ਹਜ਼ੂਰੀ ਤੱਕ ਨਹੀਂ ਪਹੁੰਚ ਪਾਉਂਦੇ। ਮੈਂ ਪੁੱਛਾਂਗਾ ਸਤਿਗੁਰ ਤੋਂ ਹਰ ਕੀ ਬਾਤਾਂ, ਸਤਿਗੁਰ ਪਾਸ ਹਰ ਬਾਤ ਪੁੱਛਾਂ। ਸਤਿਗੁਰੂ ਕੋਲੋਂ ਮੈਂ ਹਰੀ ਵਾਹਿਗੁਰੂ ਦੀਆਂ ਗੱਲਾਂ ਪੁੱਛਾਂਗਾ। ਕਿਸ ਸਰੂਪ 'ਚ ਪੁੱਛੇਗਾ? ਹਰ ਸਤਿਗੁਰ ਦੇ ਸਰੂਪ ਦੇ ਕਿਸ ਰੂਪ 'ਚ ਪੁੱਛੇਗਾ? ਕਿਹਦੀ ਬਾਬਤ ਪੁੱਛੇਗਾ? ਕਹਿਣ ਲੱਗੇ ਜਿਨ ਸਤਿਗੁਰ ਜਿਨ ਨਾਮ ਪਦਾਰਥ ਪਾਇਆ। ਮੈਂ ਉਹ ਗੱਲਾਂ ਪੁੱਛਾਂਗਾ ਜਿਹਦੇ ਸਦਕੇ ਨਾਮ ਮਿਲਦਾ ਹੈ। ਸਾਡੇ ਟੀਕਾਕਾਰ ਕਹਿੰਦੇ ਨੇ ਮੈਂ ਸਤਿਗੁਰੂ ਤੋਂ ਨਾ ਪੁੱਛਾਂਗਾ ਬਾਤਾਂ ਹਰੀ ਕੀਆਂ, ਉਸ ਸਤਿਗੁਰੂ ਤੋਂ ਜਿਸ ਸਤਿਗੁਰੂ ਨੇ ਆਪੂ ਨਾਮ ਦਾ ਪਦਾਰਥ ਨੂੰ ਪ੍ਰਾਪਤ ਕੀਤਾ। ਤੇ ਅਸੀਂ ਥੋੜ੍ਹਾ ਜਿਹਾ ਅਰਦਾਸ ਕਰਕੇ ਕਿ ਮਹਾਰਾਜ ਅਸੀਂ ਸਤਿਗੁਰੂ ਤੋਂ ਉਹਨਾਂ ਦੀਆਂ ਵੀ ਗੱਲਾਂ ਪੁੱਛਾਂਗੇ ਜਿਨ੍ਹਾਂ ਗੁਰਮੁਖਾਂ ਨੇ ਨਾਮ ਦਾ ਪਦਾਰਥ ਪ੍ਰਾਪਤ ਕੀਤਾ, ਕਿਉਂਕਿ ਨਾਮ ਇੱਕ ਪਦਾਰਥ ਹੈ ਤੇ ਗੁਰੂ ਸਤਿਗੁਰੂ ਦੇ ਕੋਲੋਂ ਗੁਰੂ ਸਤਿਗੁਰੂ ਦੇ ਪਿਆਰਿਆਂ ਨੂੰ ਮਿਲਦਾ ਹੈ। ਮਹਾਰਾਜ ਮੈਨੂੰ ਆਪਣੇ ਪਿਆਰਿਆਂ ਦੀ ਬਾਤਾਂ ਸਿਖਾ ਦਿਓ, ਮੈਨੂੰ ਆਪਣੇ ਪਿਆਰਿਆਂ ਦੀਆਂ ਗੱਲਾਂ ਦੱਸ ਦਿਓ ਜਿਨ੍ਹਾਂ ਨੇ ਤੁਹਾਡੇ ਕੋਲੋਂ ਨਾਮ ਦਾ ਪਦਾਰਥ ਪ੍ਰਾਪਤ ਕੀਤੇ। ਉਹਨਾਂ ਬਾਬਿਆਂ ਦੀਆਂ ਕਹਾਣੀਆਂ ਹੀ ਤੇ ਸਾਨੂੰ ਪੁੱਤਰਾਂ ਨੂੰ ਸੁਪੁੱਤਰ ਬਣਾ ਦੇਣਗੀਆਂ। ਇਸੇ ਕਰਕੇ ਤੇ ਵਡੇਰੇ ਦੀਆਂ ਗਾਥਾਂ ਪੜ੍ਹੀਆਂ ਸੁਣੀਆਂ ਜਾਂਦੀਆਂ ਨੇ। ਅਸੀਂ ਪੁੱਛੀਏ ਜਿਨ ਨਾਮ ਪਦਾਰਥ ਪਾਇਆ, ਫਿਰ ਕੀ ਕਰੇਗਾ? ਕਿੱਦਾਂ ਪੁੱਛੇਗਾ? ਪੁੱਛਣ ਦਾ ਤਰੀਕਾ ਕਿਹੜਾ ਜੋ ਅਸੀਂ ਅਪਣਾਉਂਦੇ ਹਾਂ? ਕਿ ਸਾਡਾ ਤਰੀਕਾ ਠੀਕ ਹੈ ਕਿ ਮੈਂ ਕਰਨਾ? ਦੇਖ ਲੈਣਾ। ਪਾਏ ਲਗਾ ਹੈ ਨਿਤ ਕਰ ਹੈ ਬੇਨਤੀ, ਦਬਾਵ ਦੇ ਨਾ ਰੋਬਣਾ ਨਹੀਂ ਦੱਸਣਾ ਨੇ ਕੁਛ ਵੀ। ਪਾਏ ਲਗਾ ਹੈ ਨਿਤ ਕਰ ਹੈ ਬੇਨਤੀ, ਗੁਰ ਸਤਿਗੁਰ ਪੰਥ ਬਤਾਇਆ। ਜਦੋਂ ਪੈਰੀਂ ਪੈ ਗਏ ਨਮਸਕਾਰ ਕੀਤੀ, ਸਮਰਪਣ ਕਰਤਾ, ਫਿਰ ਬੇਨਤੀ ਕੀਤੀ ਤੇ ਫਿਰ ਗੁਰ ਸਤਿਗੁਰੂ ਨੇ ਇੱਕ ਜੀਵਨ ਦਾ ਮਾਰਗ ਦੱਸਿਆ। ਗੁਰੂ ਸਤਿਗੁਰ ਪੰਥ ਬਤਾਇਆ, ਫਿਰ ਜੀਵਨ ਦਾ ਇੱਕ ਮਾਰਗ ਦੱਸਿਆ। ਤੇ ਜੀਵਨ ਦਾ ਮਾਰਗ ਕੀ ਦੱਸਿਆ? ਸੋਈ ਭਗਤ ਦੁੱਖ ਸੁਖ ਸਮਤ ਕਰ ਜਾਣੈ। ਭਾਈ ਗੁਰੂ ਕਾ ਸਿੱਖ ਭਗਤ ਉਹ ਹੈ ਜਿਹੜਾ ਦੁੱਖ ਤੇ ਸੁੱਖ ਨੂੰ ਇੱਕ ਕਰਕੇ ਜਾਣੈ। ਖੁਲਾਸਾ ਪੜ੍ਹਨਾ ਹੋਵੇ ਥੋੜ੍ਹਾ ਅੱਗੇ ਜਾਣਾ ਪੈਣਾ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇ ਔਰ ਭੈ ਨਹੀਂ ਜਾਂਕੈ, ਕੰਚਨ ਮਾਟੀ ਮਾਨੈ। ਇਸੇ ਕਰਕੇ ਸਾਡੇ ਸਿਆਣੇ ਦਾਰਸ਼ਨਿਕ ਕਹਿੰਦੇ ਨੇ ਇਹ ਸ਼ਬਦ ਸਾਡੇ ਗੁਰਸਿੱਖਾਂ ਲਈ ਇੱਕੋ ਪਲੇਟਫਾਰਮ ਹੈ ਜਿੱਥੋਂ ਸੁਰਤ ਦੀ ਗੱਡੀ ਉੱਡਦੀ ਹੈ, ਜਿੱਥੇ ਅਸਾਂ ਪਹੁੰਚਣਾ ਹੈ, ਟਿਕਣਾ ਹੈ। ਸੋਈ ਭਗਤ ਭਾਈ ਗੁਰਸਿੱਖ ਭਗਤ ਤੇ ਇੱਕ ਟਿਕਾਣਾ ਦੁੱਖ ਸੁੱਖ ਸਮਤ ਕਰ ਜਾਣਾ ਹੈ। ਦੁੱਖ ਸੁੱਖ ਇੱਕ ਸਮਾਨ ਕਰ ਜਾਣੋ। ਦੁੱਖ ਸੁੱਖ ਦੋਏ ਦਰ ਕੱਪੜੇ। ਅੱਜ ਸਮੇਂ ਦੇ ਨਾਲ ਅਸੀਂ ਕੱਪੜੇ ਬਦਲ ਲੈਨੇ ਆ, ਅੱਜ ਹੋਰ ਤੇ ਕੱਲ ਹੋਰ ਪਾ ਲੈਨੇ ਆ। ਇਵੇਂ ਦੁੱਖ ਤੇ ਸੁੱਖ ਆਉਂਦੇ ਜਾਂਦੇ ਨੇ। ਪਹਿ ਰਹੇ ਜਾਹੇ ਮਨੁੱਖ, ਆਉਂਦੇ ਨੇ ਮਨੁੱਖ, ਪਾਉਂਦੇ ਨੇ ਚਲੇ ਜਾਂਦੇ ਨੇ। ਕਹਿ ਲੱਗੇ ਦੁੱਖ ਸੁੱਖ ਸੋਈ ਭਗਤ ਦੁੱਖ ਸੁੱਖ ਸਮਤ ਕਰ ਜਾਣੈ। ਹਰ ਹਰ ਨਾਮ ਹਰਿ ਰਾਤਾ। ਤੇ ਭਗਤ ਕਰਦਾ ਕੀ ਹੈ? ਕਹਿਣ ਲੱਗੇ ਵਾਹਿਗੁਰੂ ਨਾਮ ਚ ਰੰਗਿਆ ਰਹਿੰਦਾ। ਵਾਹਿਗੁਰੂ ਜੀ ਦੇ ਨਾਮ ਚ ਰੰਗਿਆ ਹੋਇਆ ਦੁੱਖ ਸੁੱਖ ਆਉਣ ਤੇ ਕੀ ਕਹਿੰਦਾ? ਕਹਿਣ ਲੱਗਾ ਮਹਾਰਾਜ ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਜਿਉਂ ਜਿਉਂ ਤੇਰਾ ਹੁਕਮ ਤਿਵੈ ਤਿਵ ਹੋਵਣਾ। ਤੇ ਇੱਥੇ ਦੱਸਿਆ ਨਾ ਜਿਨੇ ਪਛਾਤਾ ਹੁਕਮ ਤਿਨ ਕਦੇ ਨਾ ਰੋਵਣਾ। ਉਹ ਰੋਣੇ ਨਹੀਂ ਰੋਂਦਾ,
ਜਿਵੇਂ ਅਸੀਂ ਗਾਹੇ ਬਗਾਹੇ ਇੱਕ ਦੂਜੇ ਕੋ ਰੋਣੇ ਰੋਈ ਜਾਂਦੇ ਆ, ਉਹ ਰੋਣੇ ਨਹੀਂ ਰੋਂਦਾ, ਕਹਿੰਦਾ ਹੁਕਮ ਹੈ ਮਹਾਰਾਜ ਦਾ। ਉਹ ਹਰ ਹਰ ਨਾਮ ਰਾਤਾ ਕਹਿਣ ਲੱਗੇ, ਇਸ ਕਰਕੇ ਹਰ ਕਿਰਪਾ ਕਰ, ਹਰ ਕਿਰਪਾ ਕਰ, ਗੁਰ ਸਤਿਗੁਰ ਮੇਲ ਸੁਖ ਦਾਤਾ। हे ਸੱਚੇ ਪਾਤਸ਼ਾਹ, ਮੇਰੇ 'ਤੇ ਕਿਰਪਾ ਕਰ ਦਿਓ, ਮੈਨੂੰ ਸਤਿਗੁਰੂ ਮਿਲਾ ਦਿਓ, ਕਿਉਂਕਿ ਸਤਿਗੁਰੂ ਹੀ ਜੀਵਨ ਦਾ ਪੰਥ ਸਮਝਾ ਦਿੰਦੇ ਨੇ, ਸਤਿਗੁਰੂ ਹੀ ਮੈਨੂੰ ਮਾਰਗ ਪਾ ਦਿੰਦੇ ਨੇ, ਸਤਿਗੁਰੂ ਹੀ ਰੱਬ ਦੇ ਬਾਰੇ ਸਮਝਾ ਦਿੰਦੇ ਨੇ। ਤੇ ਸਤਿਗੁਰੂ ਨੂੰ ਅਸੀਂ ਕਹਿੰਦੇ, ਮਹਾਰਾਜ ਮੈਨੂੰ ਕਿਰਪਾ ਕਰਨਾ, ਮੈਨੂੰ ਵਿਵੇਕ ਬੁੱਧੀ ਦੇ ਦਿਓ, ਜੀਵਨ ਦੇ ਦੁੱਖ ਤੇ ਸੁੱਖ ਨੂੰ ਇੱਕ ਸਮਾਨ ਸਮਝਣ ਦਾ ਬਲ ਮਿਲ ਜਾਏ। ਤੇ ਵਿਵੇਕ ਬੁੱਧੀ ਆਤਮਾ ਨੂੰ ਮਿਲਿਆ ਹੋਇਆ ਉਹ ਰੂਹਾਨੀ ਬਲ ਹੈ, ਜਿਹਦੇ ਸਦਕੇ ਜੀਵਨ ਦੀ ਸਮਝ ਆ ਜਾਂਦੀ, ਕੀ ਗ੍ਰਹਿਣ ਕਰਨਾ ਹੈ ਤੇ ਕੀ ਤਿਆਗਣਾ ਹੈ, ਇਹ ਸਮਝ ਆ ਜਾਏ ਤੇ ਬਲ ਵੀ ਮਿਲ ਜਾਏ। ਗ੍ਰਹਿਣ ਕਰਨ ਯੋਗ ਗ੍ਰਹਿਣ ਕਰ ਸਕੀਏ ਤੇ ਤਿਆਗਣ ਯੋਗ ਤਿਆਗ ਸਕੀਏ। ਨਹੀਂ ਤੇ ਗਿਆਨ ਵਿੱਚ ਗ੍ਰਹਿਣ ਕਰਨ ਯੋਗ ਦਾ ਪਤਾ ਲੱਗ ਜਾਂਦਾ ਹੈ, ਤਿਆਗਣ ਯੋਗ ਦਾ ਪਤਾ ਲੱਗ ਜਾਂਦਾ ਹੈ, ਪਰ ਨਾ ਗ੍ਰਹਿਣ ਕੀਤਾ ਜਾ ਰਿਹਾ ਹੈ ਤੇ ਨਾ ਤਿਆਗਿਆ ਜਾ ਰਿਹਾ, ਕਿਉਂਕਿ ਬਲ ਨਹੀਂ ਹੈ। ਤੇ ਬਲ ਮਿਲੇ ਤੇ ਜੋ ਕਿ ਚਾਹਤ ਹੈ ਉਹ ਪੂਰੀ ਹੋ ਸਕੇ। ਭੁੱਲ ਚੁੱਕ ਦੀ ਖਿਮਾ, ਆਸੀਸ ਤੇ ਪਿਆਰ ਦਿੰਦੇ ਫਤਿਹ ਬੁਲਾਵਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।